ਤੁਹਾਨੂੰ ਪਹਿਲਾਂ ਵੀ ਸ਼ੰਕੇ ਸੀ ਜਦੋਂ ਸੁਖਪਾਲ ਖਹਿਰਾ ਹੋਰੀ ਆਮ ਆਦਮੀ ਪਾਰਟੀ ਦੇ ਵਿੱਚ ਆਏ ਕਿ ਇਸ ਵਿਅਕਤੀ ਨੇ ਬਹੁਤਾ ਦੇਰ ਟਿਕਣਾ ਨਹੀਂ, ਆਮ ਆਦਮੀ ਪਾਰਟੀ ਦੇ ਵਿੱਚ ਨੁਕਸਾਨ ਕਰ ਸਕਦਾ, ਢਾਹ ਲੱਗ ਸਕਦਾ? ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਜੀ ਦੇ ਪਾਰਟੀ ਛੱਡਣ ਤੋਂ ਬਾਅਦ ਜਾਂ ਕਹਿ ਲਓ ਕਿ ਕਾਂਗਰਸ ਵਿੱਚ ਜਾਣ ਤੋਂ ਬਾਅਦ ਮੈਂ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਨੂੰ ਇੱਕ ਸੁੱਖ ਦਾ ਸਾਹ ਆ ਕਿ ਨੈਸ਼ਨਲ ਪ੍ਰੈਜ਼ੀਡੈਂਟ ਜਿਸ ਬੰਦੇ ਨੂੰ ਚਾਹੁੰਦਾ ਹੀ ਨਾ ਹੋਵੇ ਉਹ ਬੰਦਾ ਜਦੋਂ ਐਲਓਪੀ ਲੱਗ ਜੇ ਤੇ ਇਹਦੇ ਵਿੱਚ ਹੋਰ ਖੁਦਮੁਖਤਿਆਰੀ ਕਿਹਨੂੰ ਕਹਿੰਦੇ ਆ। ਇਹ ਤੋਂ ਸਾਫ਼ ਪਤਾ ਲੱਗਦਾ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਅੰਦਰ ਖਾਤੇ ਸ਼ੁਰੂ ਤੋਂ ਹੀ ਕੈਪਟਨ ਨਾਲ ਦੋਸਤੀ ਰਹੀ ਹੈ। ਪੱਕੇ ਤੌਰ ਤੇ ਇਹ ਮਨ ਬਣਾਇਆ ਹੋਇਆ ਕਿ ਇਸ ਪਾਰਟੀ ਲਈ ਹੀ ਸਾਰਾ ਕੁਝ ਕਰਨਾ ਹੈ ਜਾਂ ਟਿਕਟ ਦੀ ਦਾਅਵੇਦਾਰੀ ਤੱਕ ਗੱਲ ਸੀਮਤ ਹੈਗੀ ਹੈ? ਜੇ 22 ਚ ਨਹੀਂ ਮਿਲੇਗੀ ਅਸੀਂ ਫਿਰ ਵੀ ਪਾਰਟੀ ਨਾਲ ਖੜੇ ਰਵਾਂਗੇ, ਜੇ 27 ਚ ਨਹੀਂ ਮਿਲੇਗੀ ਫਿਰ ਵੀ ਖੜੇ ਰਵਾਂਗੇ। ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਹੋ ਕੇ ਉਸ ਹਲਕੇ ਦੇ ਲੋਕਾਂ ਦੇ ਨਾਲ ਵਿਚਰਨ ਵਾਲੇ ਜਾਂ ਭਵਿੱਖ ਲਈ ਆਪਣੇ ਲਈ ਕੋਈ ਨਾ ਕੋਈ ਅਹੁਦਾ ਜਿਹੜਾ ਬਣਾਉਣ ਲਈ ਜਾਂ ਉਹਨਾਂ ਦੇ ਵਿੱਚ ਵਿਸ਼ਵਾਸ ਬਣਾਉਣ ਲਈ ਕੋਈ ਕੰਮ ਕੀਤਾ, ਸੰਘਰਸ਼ ਵਿੱਢਿਆ, ਜਾਂ ਚੋਣਾਂ ਦੇ ਦਿਨਾਂ ਦੇ ਵਿੱਚ ਹੀ ਹਰ ਕੋਈ ਉੱਠਦਾ ਆ ਦਾਅਵੇਦਾਰੀਆਂ ਜਤਾਉਣੀਆਂ ਸ਼ੁਰੂ ਕਰ ਦਿੰਦਾ? ਤੇ 75 ਸਾਲਾਂ ਤੋਂ ਦੋਨੇ ਅਕਾਲੀ ਕਾਂਗਰਸ ਸਰਕਾਰਾਂ ਤੁਹਾਡਾ ਕੁਝ ਨਹੀਂ ਸਵਾਰ ਸਕੀਆਂ, ਫਿਰ ਕਿਉਂ ਨਾ ਇੱਕ ਮੌਕਾ ਸੇਵਾਦਾਰ ਨੂੰ ਦੇ ਕੇ ਦੇਖ ਲਓ। ਹੁਣ ਪੰਜਾਬ ਦੇ ਲੋਕ ਇਹ ਵੀ ਸਵਾਲ ਕਰਦੇ ਆ ਆਮ ਆਦਮੀ ਪਾਰਟੀ ਤੋਂ ਕਿ ਜਿਹੜੀ ਪਾਰਟੀ ਆਪਣੇ 20 ਵਿਧਾਇਕ ਵੀ ਸੰਭਾਲ ਕੇ ਰੱਖ ਸਕੀ, ਸੱਤਾ ਕਿਵੇਂ ਸੰਭਾਲੇਗੀ? 20 ਐਮਐਲਏਆਂ ਵਿੱਚੋਂ ਅਸੀਂ ਕੁਝ ਨਹੀਂ ਸਾਂਭ ਸਕੇ, ਇਹਦੇ ਵਿੱਚ ਇਕੱਲਾ ਪਾਰਟੀ ਦਾ ਕਸੂਰ ਨਹੀਂ ਹੈਗਾ, ਨਿੱਜੀ ਹਿੱਤ ਵੀ ਭਾਰੀ ਹੋਈ। ਹੁਣ ਆਮ ਆਦਮੀ ਪਾਰਟੀ ਜਾਂ ਸਰਬਜੀਤ ਸਿੰਘ ਲੁਬਾਣਾ ਹੋਰੀ ਭੁਲੱਥ ਹਲਕੇ ਦੇ ਵਿੱਚ ਸੁਖਪਾਲ ਖਹਿਰਾ ਹੋਰਾਂ ਨੇ ਪਾਰਟੀ ਨਾਲ ਜੋ ਕੁਝ ਕੀਤਾ ਆ, ਉਹ ਖਹਿਰੇ ਨੂੰ ਹਰਾਉਣ ਦੇ ਲਈ ਚੋਣ ਲੜਨਗੇ ਜਾਂ ਫਿਰ ਆਪਣੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਲੜਨਗੇ? ਅਸੀਂ ਪੰਜਾਬ ਵਿੱਚ ਬਦਲਾਅ ਚਾਹੁੰਦੇ ਹਾਂ, ਅਸੀਂ ਚੋਣ ਬਦਲਾਅ ਲਈ ਲੜਦੇ ਹਾਂ। ਸਾਲ 2022 ਨੇੜੇ ਆਇਆ ਹੋਇਆ ਹੈ। ਸਾਲ ਵੈਸੇ ਬਦਲਦੇ ਰਹਿੰਦੇ ਨੇ, ਪਰ ਜਿਹੜਾ ਵਰ੍ਹਾ ਚੁਣਾਵੀ ਵਰ੍ਹਾ ਹੁੰਦਾ ਆ ਉਹ ਖਾਸ ਮਹੱਤਵਪੂਰਨ ਹੁੰਦਾ ਆ। ਔਰ ਇਸ ਵੇਲੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ 2022 ਦੇ ਵਿੱਚ ਹੋਣੀਆਂ ਨੇ, ਔਰ ਇਹਨਾਂ ਚੋਣਾਂ ਤੋਂ 6 ਮਹੀਨੇ ਪਹਿਲਾਂ ਜਿੱਦਾਂ ਦੀ ਉਥਲ-ਪੁਥਲ ਪੰਜਾਬ ਦੇ ਵਿੱਚ ਹੋ ਰਹੀ ਹੈ, ਉਹ ਆਪਣੇ ਆਪ ਦੇ ਵਿੱਚ ਪਹਿਲੀਆਂ ਚੋਣਾਂ ਤੋਂ ਕਿਤੇ ਜ਼ਿਆਦਾ ਅੱਲੋ ਕਹਿ ਰਿਹਾ। ਪਾਰਟੀਆਂ 'ਚੋਂ ਇੱਕ ਪਾਸੇ ਉੱਠ ਕੇ ਆਗੂ ਦੂਜੀਆਂ 'ਚ ਜਾ ਰਹੇ ਆ, ਕੋਈ ਆ ਰਿਹਾ ਤੇ ਕੋਈ ਜਾ ਰਿਹਾ। ਇਹ ਲਗਾਤਾਰ ਸਿਲਸਿਲਾ ਅਜੇ ਚੱਲਦਾ ਰਹਿਣਾ ਹੈ। ਖਾਸ ਤੌਰ ਤੇ ਸਿਆਸਤ ਇਸ ਸਮੇਂ ਜੇ ਗੱਲ ਕਰ ਲਈਏ ਤੇ ਉਸ ਮੁਹਾਨ ਤੇ ਖੜੀ ਹੈ ਜਿੱਥੇ ਲੋਕ ਅੱਖਾਂ ਅੱਡੀ ਇਹ ਉਡੀਕ ਰਹੇ ਨੇ ਕਿ ਕੋਈ ਲੜ ਸਿਰਾ ਇਹਦਾ ਮਿਲ ਜਾਵੇ। ਕਿਹਨੇ 2000 ਪੰਜਾਬ ਨੂੰ ਸਾਂਭਣਾ 2022 ਦੇ ਵਿੱਚ, ਤੇ ਕਿਹਦੇ ਸਿਰ ਤਾਜ ਸਜਣਾ ਆ ਸਰਕਾਰ ਦਾ, ਘੱਟੋ ਘੱਟ ਇਸ ਗੱਲ ਦੀ ਕੋਈ ਕਨਸੋ ਮਿਲ ਜਾਵੇ। ਪਰ ਅਜੇ ਟੁੱਟ ਭੱਜ ਚੱਲਦੀ ਪਈ ਆ। ਇਸ ਟੁੱਟ ਭੱਜ ਦੀ ਗੱਲ ਕਰੀਏ ਤੇ ਸੁਖਪਾਲ ਖਹਿਰੇ ਦਾ ਜ਼ਿਕਰ ਲਾਜ਼ਮੀ ਤੌਰ ਤੇ ਆਏਗਾ। ਭੁਲੱਥ ਹਲਕਾ ਜਿੱਥੋਂ ਪਹਿਲਾਂ ਕਾਂਗਰਸ ਵੱਲੋਂ ਵਿਧਾਇਕ ਰਹੇ, ਫਿਰ ਆਮ ਆਦਮੀ ਪਾਰਟੀ ਚਾਹੁੰਦੇ ਆ ਤੇ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਬਣਦੇ ਆ, ਪਰ ਉਸ ਤੋਂ ਬਾਅਦ ਇਖਤਲਾਫ ਹੁੰਦੇ ਨੇ ਆਮ ਆਦਮੀ ਪਾਰਟੀ ਨਾਲ, ਤੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਛੱਡ ਕੇ ਆਪਣੀ ਪਾਰਟੀ ਬਣਾਈ, ਫਿਰ ਆਪਣੀ ਪਾਰਟੀ ਭੰਗ ਕਰਕੇ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਿਆ। ਹੁਣ ਭੁਲੱਥ ਹਲਕੇ ਦਾ ਹਾਲ ਹਵਾਲ ਕੀ ਹੈ? ਖਹਿਰਾ ਤਾਂ ਸਾਂਭ ਲੈਣਗੇ ਕਾਂਗਰਸ ਵਾਲੀ ਟਿਕਟ। ਅਕਾਲੀ ਦਲ ਵੱਲੋਂ ਲਗਭਗ ਤੈਅ ਆ ਬੀਬੀ ਜਗੀਰ ਕੌਰ ਦੇ ਵਿੱਚ ਪਰਿਵਾਰ ਦੇ ਵਿੱਚੋਂ ਹੀ ਟਿਕਟ ਜਿਹੜੀ ਆ ਉਹ ਮਿਲਣੀ। ਆਮ ਆਦਮੀ ਪਾਰਟੀ ਉੱਥੇ ਕਿੱਥੇ ਖੜੀ ਹੈ ਜਿੱਥੋਂ ਉਹਨਾਂ ਨੂੰ ਸੁਖਪਾਲ ਖਹਿਰਾ ਵਰਗਾ ਐਮਐਲਏ ਮਿਲਿਆ ਸੀ, ਜਿਹਨੂੰ ਐਲਓਪੀ ਵੀ ਬਣਾਇਆ ਗਿਆ ਸੀਗਾ। ਹੁਣ ਇਸ ਸਮੇਂ ਭੁਲੱਥ ਹਲਕੇ ਦੇ ਵਿੱਚ ਇੱਕ ਟਿਕਟ ਦਾ ਆਮ ਆਦਮੀ ਪਾਰਟੀ ਵੱਲੋਂ ਦਾਅਵੇਦਾਰ, ਜਾਂ ਕਹਿ ਲਓ ਕਿ ਜਿੰਨਾ ਕੁ ਕੰਮ ਉਸ ਹਲਕੇ 'ਚ ਇਹਦੇ ਵੱਲੋਂ ਕੀਤਾ ਗਿਆ ਉਸ ਮੁਤਾਬਕ ਹੱਕਦਾਰ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਸਰਬਜੀਤ ਸਿੰਘ ਲੁਬਾਣਾ, ਜਿਹੜੇ ਜੁਆਇੰਟ ਸੈਕਟਰੀ ਨੇ ਆਮ ਆਦਮੀ ਪਾਰਟੀ ਦੇ। ਲੁਬਾਣਾ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਟੀਵੀ ਪੰਜਾਬ ਤੇ। ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਬਾਣਾ ਸਾਹਿਬ, ਸਥਿਤੀਆਂ ਬੜੀਆਂ ਕਸੂਤੀਆਂ ਬਣੀਆਂ। ਕੰਮ ਤਾਂ ਤੁਸੀਂ ਹਲਕੇ 'ਚ ਸੁਖਪਾਲ ਖਹਿਰਾ ਦੇ ਆਉਣ ਤੋਂ ਪਹਿਲਾਂ ਵੀ ਬੜਾ ਕੀਤਾ ਸੀ ਆਮ ਆਦਮੀ ਪਾਰਟੀ ਲਈ ਉੱਥੇ, ਪਰ ਪਿਛਲੀ ਵਾਰ ਖਹਿਰਾ ਆਉਂਦਾ ਆ, ਤੁਹਾਡੀ ਟਿਕਟ ਜਿਹੜੀ ਆ ਉਹ ਖਹਿਰੇ ਵਾਲੇ ਪਾਸੇ ਚਲ ਜਾਂਦੀ। ਦਾਅਵੇਦਾਰ ਤੁਸੀਂ ਪਿਛਲੀ ਵਾਰ ਵੀ ਸੀ। ਹੁਣ ਖਹਿਰਾ ਆਮ ਆਦਮੀ ਪਾਰਟੀ ਛੱਡ ਕੇ, ਆਪਣੀ ਪਾਰਟੀ ਵੀ ਛੱਡ ਕੇ ਜਿਹੜੀ ਬਣਾਈ ਸੀ ਆਪਣਾ ਪੰਜਾਬ ਪਾਰਟੀ, ਉਹ ਕਾਂਗਰਸ 'ਚ ਚਲੇ ਗਏ ਨੇ। ਇਸ ਸਮੇਂ ਕਿੱਦਾਂ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ ਕਿ ਪੱਕਾ ਲੋਹੇ ਤੇ ਲਕੀਰ ਵਾਲਾ ਕੰਮ ਆ ਕਿ
ਸਰਬਜੀਤ ਸਿੰਘ ਲੁਬਾਣਾ ਹੀ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਭੁਲੱਥ ਹਲਕੇ ਦੇ ਵਿੱਚ ਉਮੀਦਵਾਰ ਹੋਏਗਾ, ਜਾਂ ਇਦਾਂ ਦੀਆਂ ਸੰਭਾਵਨਾਵਾਂ ਕੱਲ ਫੇਰ ਬਣ ਸਕਦੀਆਂ ਕਿ ਪਤਾ ਨਹੀਂ ਕੋਈ ਪਿੱਛੋਂ ਆਣ ਕੇ ਮੋਹਰਲੀ ਕਤਾਰ ਦੇ ਵਿੱਚ ਲੱਗ ਜਾਏਗਾ? ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਜੀ ਦੇ ਪਾਰਟੀ ਛੱਡਣ ਤੋਂ ਬਾਅਦ, ਜਾਂ ਕਹਿ ਲਓ ਕਿ ਕਾਂਗਰਸ ਵਿੱਚ ਜਾਣ ਤੋਂ ਬਾਅਦ, ਮੈਂ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਨੂੰ ਇੱਕ ਸੁੱਖ ਦਾ ਸਾਹ ਆ। ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਵਾਰ-ਵਾਰ ਹਮਲੇ ਕਰ ਰਹੇ ਸਨ ਕਿ ਖੁਦ ਮੁਖਤਿਆਰੀ ਨਹੀਂ ਆਮ ਆਦਮੀ ਪਾਰਟੀ ਵਿੱਚ ਹੈਗੀ, ਪਰ ਤੁਸੀਂ ਉਹਨਾਂ ਦਾ ਕਾਂਗਰਸ ਵਿੱਚ ਜਾਣ ਤੋਂ ਬਿਆਨ ਸੁਣੋ ਤੇ ਉਹ ਕਹਿੰਦੇ ਆ ਕਿ ਜਿਸ ਦਿਨ ਮੈਨੂੰ LOP ਲਾਇਆ ਗਿਆ ਔਰ ਕੇਜਰੀਵਾਲ ਜੀ ਨੇ ਦਿੱਲੀ ਸੱਦ ਲਿਆ, ਹਾਲਾਂਕਿ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਉਹ ਕਹਿੰਦੇ ਸੀ ਦਿੱਲੀ ਨਹੀਂ ਜਾਣਾ ਕਦੀ, ਪਰ ਜਿੱਦਣ ਉਹਨਾਂ ਨੂੰ LOP ਲਾਣਾ ਸੀ ਉਦੋਂ ਉਹ ਦਿੱਲੀ ਕੇਜਰੀਵਾਲ ਦੀ ਬਰੂਹਾਂ ਤੇ ਮੈਂ ਕਹਾਂਗਾ ਕਿ ਹਾਜ਼ਰੀ ਭਰਨ ਚਲੇ ਗਏ। ਔਰ ਉੱਥੇ ਉਹਨਾਂ ਨੇ ਦੱਸਿਆ ਕਿ ਕੇਜਰੀਵਾਲ ਜੀ ਨੇ ਕਿਹਾ कि हम तुमको लगाना नहीं चाहते, मगर जो 16 MLA पंजाब के हैं वो चाहते हैं कि खैरा जी को लगाया जाए। तुसी मैनू एक गल दसो कि नैशनल प्रेजिडेंट जिस बंदे नू चाहुंदा ही ना होवे, वो बंदा जदों LOP लग जे ते इहदे विच होर खुदमुख्तियारी किहनू कहंदे आ? सुखपाल सिंह खैरा जी सच तां इह है कि जदों कांग्रेस विचों आए ਹਜ਼ਾਰਾਂ ਵਲੰਟੀਅਰਾਂ ਦੀ ਮਿਹਨਤ ਦੇ ਉੱਤੇ ਆ ਕੇ ਬੈਠ ਗਏ, ਉਹਨਾਂ ਨੂੰ ਟਿਕਟ ਮਿਲੀ, ਹਾਲਾਂਕਿ ਬਹੁਤ ਵਿਰੋਧਤਾ ਸੀ, ਪਰ ਸਾਡੇ ਵਰਗੇ ਬਹੁਤ ਸਾਰੇ ਲੋਕ ਇਹ ਸੋਚ ਕੇ ਚੁੱਪ ਕਰ ਗਏ ਕਿ ਪੰਜਾਬ ਵਿੱਚ ਤੀਜਾ ਬਦਲ ਆ ਰਿਹਾ, ਉਸ ਤੀਜਾ ਬਦਲ ਕਿਤੇ ਸਾਡੀਆਂ ਗਲਤੀਆਂ ਕਾਰਨ ਰੁਕ ਨਾ ਜਾਵੇ। ਕਿਉਂਕਿ ਪੰਜਾਬ ਦੇ ਲੋਕ ਅਕਾਲੀ, ਭਾਜਪਾ ਤੇ ਕਾਂਗਰਸ ਸਰਕਾਰਾਂ ਤੋਂ ਅੱਕ ਚੁੱਕੇ ਸੀ। ਆਮ ਆਦਮੀ ਪਾਰਟੀ ਦੀ ਕੇਜਰੀਵਾਲ ਦੀ ਇਮਾਨਦਾਰੀ ਪ੍ਰਤੀ ਸੋਚ ਦੇ ਉੱਤੇ ਪੰਜਾਬੀ دیਵਾਨੇ ਹੋਏ ਬੈਠੇ ਸਨ। ਉਸ ਦੀਵਾਨਗੀ ਦੇ ਵਿੱਚ ਖਹਿਰੇ ਵਰਗੇ ਕੁਝ ਲਾਲਚੀ ਲੋਕ ਹੀ ਮੈਂ ਕਹਾਂਗਾ, ਕਿਉਂਕਿ ਉਹਨਾਂ ਨੇ ਆ ਕੇ ਉਹਨਾਂ ਨੂੰ ਪਤਾ ਸੀ ਕਿ ਟਿਕਟ ਮੈਂ ਲੈ ਜਾਣੀ ਹੈ ਔਰ ਟਿਕਟ ਲੈ ਗਈ। ਔਰ ਉਸ ਤੋਂ ਬਾਅਦ ਤੁਸੀਂ ਇੱਕ ਗੱਲ ਨੋਟ ਕਰੋ ਕਿ ਲਗਾਤਾਰ ਜਿੰਨੇ ਚਿਰ ਤੱਕ ਉਹ LOP ਰਹੇ ਉਦੋਂ ਤੱਕ ਤਾਂ ਪਾਰਟੀ ਠੀਕ ਸੀ। ਜਦੋਂ ਪਾਰਟੀ 16 MLA ਉਹਨਾਂ ਨਾਲ ਚਲੇ ਗਏ ਤੇ ਉਦੋਂ ਖੁਦਮੁਖਤਿਆਰੀ ਸੀ, ਤੇ ਜਦੋਂ ਉਹਨਾਂ ਨੂੰ ਲਾਇਆ ਤਾਂ ਉਦੋਂ ਖੁਦਮੁਖਤਿਆਰੀ ਨਹੀਂ ਸੀ। ਉਸ ਤੋਂ ਬਾਅਦ ਇੱਕ ਗੱਲ ਵਿਚਾਰਨ ਵਾਲੀ ਹੋਰ ਵੀ ਹੈ ਕਿ ਭੁਲੱਥ ਹਲਕਾ ਕਾਂਗਰਸੀ ਨੇ ਲਗਾਤਾਰ 4 ਸਾਲ ਸੁਣਨਾ ਛੱਡ ਛੱਡਿਆ। ਇਹ ਤੋਂ ਸਾਫ਼ ਪਤਾ ਲੱਗਦਾ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਅੰਦਰ ਖਾਤੇ ਸ਼ੁਰੂ ਤੋਂ ਹੀ ਕੈਪਟਨ ਨਾਲ ਦੋਸਤੀ ਰਹੀ ਹੈ, ਕਿਉਂਕਿ ਇਹ ਕੋਈ ਮਤਲਬ ਨਹੀਂ ਬਣਦਾ ਕਿ ਕਾਂਗਰਸ ਇੱਕ ਹਲਕਾ 4 ਸਾਲ ਲਈ ਸੁਣਨਾ ਛੱਡ ਦੇਵੇ। ਕਦੀ ਇਸ ਤਰ੍ਹਾਂ ਹੁੰਦਾ? ਕੋਈ ਵੀ ਪੋਲੀਟੀਕਲ ਪਾਰਟੀ, ਚਾਹੇ ਸੁਖਪਾਲ ਸਿੰਘ ਖਹਿਰਾ ਜੀ ਗਏ ਤੇ ਮੇਰੀ ਪਾਰਟੀ ਨੇ ਡਿਊਟੀ ਲਾਤੀ ਕਿ ਭੁਲੱਥ ਵਿੱਚ ਜਾਓ ਤੇ ਉੱਥੇ ਕੰਮ ਕਰੋ। ਕੋਈ ਵੀ ਪੋਲੀਟੀਕਲ ਪਾਰਟੀ ਮੈਂ ਇਦਾਂ ਸੋਚਦਾ ਹਾਂ ਕਿ ਕਦੀ ਵੀ ਕੋਈ ਹਲਕਾ ਨਹੀਂ ਛੱਡਦੀ। ਇਹ ਅੰਦਰ ਖਾਤੇ ਖਹਿਰਾ ਜੀ ਔਰ ਕੈਪਟਨ ਦੀ ਸਾਂਝ ਸੀਗੀ। ਇਸੇ ਕਰਕੇ ਹੁਣ ਜਦੋਂ ਉਹ ਵਾਪਸ ਆਏ ਹੈ ਤੇ ਸਾਰੇ ਕਾਂਗਰਸੀ ਵਰਕਰ ਉਹਨਾਂ ਦੇ ਨਾਲ ਤੁਰ ਪਏ ਤੇ ਗੋਰਾ ਗਿੱਲ ਜੀ, ਰਣਜੀਤ ਰਾਣਾ ਜੀ, ਜਿਨ੍ਹਾਂ ਨੇ ਪਿਛਲੀਆਂ ਚੋਣਾਂ ਵਿੱਚ ਇਲੈਕਸ਼ਨ ਲੜੀ, ਉਹ ਲਗਾਤਾਰ ਇਹ ਗੱਲ ਕਹਿ ਰਹੇ ਆ ਕਿ ਇਹਨਾਂ ਦੀ ਅੰਦਰਲੀ ਗੰਢ ਧੁੱਪ ਕਾਰਨ ਸਾਡੀ ਮਿਹਨਤ ਬੇਕਾਰ ਹੋ ਗਈ। ਜਿਸ ਤਰ੍ਹਾਂ ਝਾੜੂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਮਿਹਨਤ ਤੇ ਆ ਕੇ ਬੈਠੇ ਸੀ, ਇਦਾਂ ਹੀ ਹੁਣ ਕਾਂਗਰਸੀ ਦੇ ਜਿਹੜੇ ਲੋਕਾਂ ਨੇ 4 ਸਾਲ ਕੰਮ ਕੀਤਾ ਉਹਨਾਂ ਦੀ ਮਿਹਨਤ ਤੇ ਆ ਕੇ ਬੈਠਣ ਦੀ ਕੋਸ਼ਿਸ਼ ਕਰ ਰਹੇ ਆ। ਬਾਕੀ ਉਹਨਾਂ ਦੀ ਕਿਸਮਤ ਹੈ, ਉਹ ਕੀ ਚਾਹੁੰਦੇ ਆ। ਪਰ ਮੈਂ ਸਾਰੀਆਂ ਪਾਰਟੀਆਂ, ਚਾਹੇ ਆਪਣੀ ਪਾਰਟੀ ਵੀ ਹੋਵੇ, ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਨੇ 4 ਸਾਲ ਕੰਮ ਕੀਤਾ ਉਹਨੂੰ ਚੋਣ ਵਿੱਚ ਇੱਕ ਮੌਕਾ ਦੇਣਾ ਚਾਹੀਦਾ। ਹਾਰ ਜਿੱਤ ਉਸ ਪਰਮਪਿਤਾ ਪਰਮਾਤਮਾ ਦੇ ਹੱਥ ਵਿੱਚ ਹੈ। ਮੈਂ ਨਾ ਸਾਰੇ ਸਵਾਲ ਵਾਇਆ ਤੁਹਾਡੇ ਹੀ ਚਾਹੁੰਦਾ ਆ। ਕੇਜਰੀਵਾਲ ਹੋਰਾਂ ਨੇ ਕੀ ਕੀਤਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀ ਕੀਤਾ, ਉਹ ਪੋਲਿਟਿਕਸ ਅਲੱਗ ਹੈ। ਮੈਂ ਸਿਰਫ ਭੁਲੱਥ ਤੱਕ ਸੀਮਤ ਰਹੂੰਗਾ ਕਿ ਭੁਲੱਥ ਦੇ ਵਿੱਚ ਇਸ ਸਮੇਂ ਕੀ ਹੋ ਰਿਹਾ। ਤੁਸੀਂ ਦੱਸਿਆ ਕਿ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਉਹਨਾਂ ਦੇ ਨਾਲ ਜਿਹੜਾ ਉਹ ਚਲੇ ਗਏ। ਤੁਸੀਂ ਜਦੋਂ ਖਹਿਰਾ ਸਾਹਿਬ ਆਏ ਸੀਗੇ ਉਦੋਂ ਵੀ ਬਹੁਤ ਕੰਮ ਕੀਤਾ ਹਲਕੇ ਦੇ ਵਿੱਚ, ਤੇ ਉਹਨਾਂ ਦੇ ਪਾਰਟੀ ਤੋਂ ਅਲੱਦਗੀ ਬਣਾਉਣ ਤੋਂ ਬਾਅਦ ਵੀ ਕਾਫੀ ਕੰਮ ਕੀਤਾ। ਹੁਣ ਉਹ ਸਾਰੀਆਂ ਚੀਜ਼ਾਂ ਜਦੋਂ ਦੇਖਦੇ ਹੋ ਤੇ ਪਾਰਟੀ ਹਾਈ ਕਮਾਂਡ ਦੇ ਅੱਗੇ ਵੀ ਜਾ ਕੇ ਇਹ ਕੋਈ ਗੱਲ ਰੱਖੀ ਜਾਂਦੀ ਹੈ, ਜਾਂ ਤੁਹਾਨੂੰ ਪਹਿਲਾਂ ਵੀ ਸ਼ੰਕੇ ਸੀ ਜਦੋਂ ਸੁਖਪਾਲ ਖਹਿਰਾ ਹੋਰੀ ਆਮ ਆਦਮੀ ਪਾਰਟੀ ਦੇ ਵਿੱਚ ਆਏ ਕਿ ਇਸ ਵਿਅਕਤੀ ਨੇ ਬਹੁਤਾ ਦੇਰ ਟਿਕਣਾ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ, ਨੁਕਸਾਨ ਕਰ ਸਕਦਾ, ਢਾਹ ਲੱਗ ਸਕਦਾ, ਜਾਂ ਉਦੋਂ ਪੂਰਾ ਵਿਸ਼ਵਾਸ ਸੀਗਾ ਕਿ ਇਹ ਚੱਲੇਗਾ ਇਸੇ ਤਰੀਕੇ ਨਾਲ ਕੰਮ, ਖਹਿਰਾ ਸਾਡੇ ਨਾਲ ਨਿਭਾਏਗਾ ਅਖੀਰ ਤੱਕ? ਕਿੱਦਾਂ ਦਾ ਉਦੋਂ ਦਾ ਸਿਸਟਮ ਸੀ? ਤੁਹਾਡੀ ਸੋਚਣੀ ਕਿੱਦਾਂ ਦੀ ਸੀ ਖਹਿਰੇ ਨੂੰ ਲੈ ਕੇ? ਮੈਂ ਸ਼ੁਰੂ ਤੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਅਸਥਾਨ ਨਾਲ ਜੁੜਿਆ ਰਿਹਾ ਔਰ ਖਹਿਰਾ ਜੀ ਨੂੰ ਹਮੇਸ਼ਾ ਆਪਣੇ ਵਿਰੋਧੀ ਦੇ ਤੌਰ ਤੇ ਦੇਖਿਆ। ਪਰ ਜਦੋਂ ਮੈਂ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਹੋਰਾਂ ਦੇ ਅਕਾਲੀ ਦਲ ਦੇ ਵਿੱਚ ਵੀ ਹੁੰਦਿਆਂ ਜਿਸ ਤਰੀਕੇ ਨਾਲ ਇਹ ਬੋਲਦੇ ਸੀ, ਗੱਲਬਾਤ ਕਰਦੇ ਸੀ, ਪੰਜਾਬ ਦੇ ਮੁੱਦਿਆਂ 'ਤੇ ਬੋਲਦੇ ਸਨ, ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਆਦਮੀ ਸ਼ਾਇਦ ਕੁਝ ਕਰੇਗਾ। ਮੇਰੀ ਇਹ ਪਰਸਨਲ ਸੋਚ ਹੈ।
ਪਾਰਟੀ ਦੀ ਇਹ ਸੋਚ ਹੈ ਕਿ ਨਹੀਂ ਮੈਨੂੰ ਪਤਾ ਨਹੀਂ, ਪਰ ਮੇਰੀ ਇੱਕ ਪਰਸਨਲ ਸੋਚ ਸੀ ਕਿ ਇਹ ਬੰਦੇ 'ਚ ਕੋਈ ਕਰੰਟ ਹੈਗਾ। ਪਰ ਉਹ ਕਰੰਟ ਉਦੋਂ ਖਤਮ ਹੁੰਦਾ ਮੈਨੂੰ ਜਦੋਂ ਨਜ਼ਰ ਆਇਆ ਜਦੋਂ ਬਠਿੰਡੇ ਦੇ ਵਿੱਚ ਜਾ ਕੇ ਇਹਨਾਂ ਨੇ ਇਲੈਕਸ਼ਨ ਲੜਨ ਦਾ ਫੈਸਲਾ ਲਿਆ। ਔਰ ਜਦੋਂ ਪੀਡੀਏ ਬਣਨਾ ਸੀ ਤੇ ਇਹ ਟੀਵੀ ਤੇ ਬਾਰ-ਬਾਰ ਇਹ ਗੱਲ ਕਹਿੰਦੇ ਸੀ ਕਿ ਜੇ ਮੈਂ ਫੇਲ ਹੋ ਗਿਆ, ਪੀਡੀਏ ਫਿਰ ਸਿਆਸਤ ਛੱਡ ਦਿਆਂਗਾ, ਮੇਰਾ ਧੰਦਾ ਨਹੀਂ ਹੈ। ਹੁਣ ਜਦੋਂ ਕਾਂਗਰਸ ਵਿੱਚ ਆਏ ਹੈ, ਹੁਣ ਇਹ ਕਹਿਣ ਲੱਗ ਪਏ ਕਿ ਮੇਰਾ ਕਿਤੇ ਸਰਦਾ ਨਹੀਂ, ਪੰਜਾਬ ਮੈਂ ਜ਼ਮਾਨਤ ਜ਼ਬਤ ਕਰਵਾ ਲਵਾਂ। ਅਸਲ ਵਿੱਚ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ 300-350 ਪਰਿਵਾਰ ਹੈ ਜਿਹੜਾ ਪਿਛਲੇ 70 ਸਾਲਾਂ ਤੋਂ, ਜਿਨ੍ਹਾਂ ਦੇ ਵਿੱਚ ਮੇਰੀ ਮਾਸੀ ਜੀ ਦਾ ਪਰਿਵਾਰ ਵੀ ਆਉਂਦਾ, ਖਹਿਰਾ ਜੀ ਦਾ ਪਰਿਵਾਰ ਵੀ ਆਉਂਦਾ, ਹਲਕੇ ਭਲਾਥ ਦੇ ਵਿੱਚ 2 ਪਰਿਵਾਰਾਂ ਦੀ ਗੱਲ ਕਰਦੇ ਹਾਂ। ਇਹ ਉਹ ਲੋਕ ਹੈ ਜਿਹੜੇ ਕਦੀ ਕਾਂਗਰਸ ਵਿੱਚ ਚਲੇ ਜਾਂਦੇ ਆ, ਇੱਕ ਅਕਾਲੀ 'ਚ ਚਲ ਜਾਂਦਾ, ਇੱਕ ਕਾਂਗਰਸ ਚਲ ਜਾਂਦਾ। 50 ਸਾਲ ਤੋਂ ਭਲਾਥ ਦੇ ਵਿੱਚ ਇਹ 2 ਪਰਿਵਾਰ ਇਲੈਕਸ਼ਨ ਲੜ ਰਹੇ ਆ ਔਰ ਇਹਨਾਂ ਨੇ ਇਸ ਗੱਲ ਦੀ ਗਰੰਟੀ ਬਣਾ ਲਈ ਹੈ ਕਿ ਚਾਹੇ ਪਾਰਟੀ ਇੱਧਰ ਆ ਜਾਏ ਚਾਹੇ ਇੱਧਰ ਆ ਜਾਏ। ਮੈਂ ਇਹ ਸੋਚਦਾ ਹਾਂ ਕਿ 70 ਸਾਲ ਦੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਰਵਾਇਤੀ ਪਾਰਟੀਆਂ ਦੇ ਨਾਲ ਰਵਾਇਤੀ ਪਰਿਵਾਰਾਂ ਨੇ ਵੀ ਪੰਜਾਬ ਤੇ ਕਬਜ਼ਾ ਕੀਤਾ ਹੋਇਆ। ਔਰ ਮੈਂ ਸੋਚਦਾ ਸੀ ਸਾਡੇ ਵਰਗੇ ਨੌਜਵਾਨ ਇਹ ਸੋਚ ਕੇ ਆਮ ਆਦਮੀ ਪਾਰਟੀ ਵਿੱਚ ਗਏ ਕਿ ਹੁਣ ਸਮਾਂ ਆ ਗਿਆ ਜਦੋਂ ਤੀਜਾ ਬਦਲ ਆ ਗਿਆ। ਔਰ ਇਤਿਹਾਸ ਗਵਾਹ ਬਣਿਆ ਕਿ ਠੀਕ ਹੈ ਕਿ ਸਾਨੂੰ 100 ਸੀਟਾਂ ਦੀ ਪਾਰਟੀ ਦਾਅਵਾ ਕਰਦੀ ਸੀ, ਪਰ ਉਹ 20 ਸੀਟਾਂ ਆਈਆਂ। ਪਰ ਖੁਸ਼ੀ ਇਸ ਗੱਲ ਦੀ ਹੈ ਕਿ ਉਹਨਾਂ 20 ਸੀਟਾਂ ਦੇ ਵਿੱਚੋਂ 16 ਐਮਐਲਏ ਇਦਾਂ ਦੇ ਬਣੇ ਜਿਹੜੇ ਬਿਲਕੁਲ ਸਧਾਰਨ ਘਰਾਂ ਦੇ ਸੀ। ਉਹਨਾਂ ਦੇ ਕੋਲ 3 ਐਮਐਲਏਆਂ ਕੋਲ ਤਾਂ ਗੱਡੀ ਵੀ ਨਹੀਂ ਸੀਗੀ, ਪਰ ਉਹਨਾਂ ਦੇ ਵਿੱਚ ਹੀ 2-3 ਇਦਾਂ ਦੇ ਵੀ ਐਮਐਲਏ ਬਣੇ ਜਿਹੜੇ ਰਾਜ ਘਰਾਣੇ ਨਾਲ ਸੰਬੰਧ ਰੱਖਦੇ ਸੀ। ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਵਰਗੇ, ਉਹਨਾਂ ਨੇ ਉਸੇ ਸਮੇਂ ਹੀ ਆਪਣੀਆਂ ਗੇਮਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ। ਤੇ ਮੈਂ ਸਮਝਦਾ ਕਿ ਸੁਖਪਾਲ ਸਿੰਘ ਖਹਿਰਾ ਜੀ ਕੋਲ ਅੱਜ ਦੀ ਡੇਟ ਦੇ ਵਿੱਚ ਕੰਮ ਗਣਾਉਣ ਕੋ ਹਲਕੇ 'ਚ ਕੋਈ ਨਹੀਂ ਹੈਗਾ। ਜੇ ਉਹ ਕਹਿਣ ਕਿ ਕੈਪਟਨ ਸਰ, ਜਿੱਦਾਂ ਕੇਜਰੀਵਾਲ ਜੀ ਨੇ ਦਿੱਲੀ ਵਿੱਚ ਇਲੈਕਸ਼ਨ ਲੜੀ ਤੇ ਉਹਨਾਂ ਨੇ ਬੜੇ ਸਾਫ਼ ਇਹ ਗੱਲ ਕਹੀ ਕਿ ਭਾਈ ਜੇ ਮੈਂ ਕੰਮ ਕੀਤੇ ਆ ਤਾਂ ਮੈਨੂੰ ਵੋਟ ਪਾ ਦਿਓ। ਮੈਂ ਸੁਖਪਾਲ ਸਿੰਘ ਖਹਿਰਾ ਜੀ ਨੂੰ ਕਹਿਣਾ ਕਿ ਤੁਸੀਂ ਸ਼ਾਹਕੋਟ ਦੀ ਇਲੈਕਸ਼ਨ ਵੇਲੇ ਪਾਰਟੀ ਨੂੰ ਕਹਿੰਦੇ ਸੀ ਕਿ ਬਾਈ ਇਲੈਕਸ਼ਨ ਨਾ ਲੜੋ, ਸਰਕਾਰਾਂ ਦੀ ਹੁੰਦੀ ਆ। ਮੈਂ ਕਹਿੰਦਾ ਸੁਖਪਾਲ ਸਿੰਘ ਖਹਿਰਾ ਜੀ, ਸਰਕਾਰ ਵੀ ਤੁਹਾਡੀ, ਵੱਡੇ ਚਿਹਰੇ ਤੁਸੀਂ ਆਪਣੇ ਆਪ ਨੂੰ ਸਮਝਦੇ ਆ, ਪੰਜਾਬ ਦੇ ਵੱਡੇ ਚਿਹਰੇ, ਬਾਈ ਇਲੈਕਸ਼ਨ ਕਰਕੇ ਦੇਖ ਲਓ। ਤੁਸੀਂ ਕਹਿੰਦੇ ਮੇਰਾ ਬਹੁਤ ਸਟਰੋਂਗ ਹੈ, ਕਾਂਗਰਸੀਆਂ ਨੂੰ ਚਾਅ ਚੜ੍ਹ ਗਿਆ, ਸਾਰਾ ਇਲਾਕਾ ਮੇਰੇ ਨਾਲ ਹੈ, ਤੇ ਕਿਉਂ ਨਾ ਇੱਕ ਬਾਈ ਇਲੈਕਸ਼ਨ ਕਰਵਾ ਲਈ ਜਾਵੇ, ਨਾਲੇ ਕਾਨੂੰਨ ਸਹੀ ਹੋ ਜਾਊਗਾ। ਨਹੀਂ, ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ। ਹੁਣ ਤਾਂ 6 ਮਹੀਨੇ ਸਾਰੇ ਚੋਣਾਂ ਦੇ ਵਿੱਚ ਰਹਿ ਗਏ ਆ। ਬਾਈ ਇਲੈਕਸ਼ਨ ਉਹ ਬੋਝ ਕਿਹਦੇ ਸਿਰ ਤੇ ਪੈਣਾ, ਇਹ ਵੀ ਤਾਂ ਸਾਨੂੰ ਸੋਚਣਾ ਪਏਗਾ ਨਾ। ਲੋਕਾਂ ਦੇ ਸਿਰ ਤੇ ਪੈਣਾ। ਤਾਮਝਾਮ ਜਿਹੜੇ ਹੋਣੇ ਆ, ਉਹ ਚੋਣ ਜ਼ਾਬਤਾ ਲੱਗ ਜਾਣਾ। ਆਹ 6 ਮਹੀਨਿਆਂ ਦੇ ਵਿੱਚ ਤਾਂ ਸਰਕਾਰਾਂ ਨੇ ਕੰਮ ਕਰਨੇ ਹੁੰਦੇ ਥੋੜ੍ਹੇ ਬਹੁਤੇ, ਇਸ ਦੌਰ ਦੇ ਵਿੱਚ ਉਹ ਵੀ ਬੰਦ ਹੋ ਜਾਣੇ ਆ। ਅਸਲ ਦੇ ਵਿੱਚ ਬਾਈ ਇਲੈਕਸ਼ਨ ਦਾ ਜਦੋਂ ਇਹਨਾਂ ਨੇ ਬਠਿੰਡੇ ਤੋਂ ਚੋਣ ਲੜੀ ਉਦੋਂ ਹੀ ਹੋਣੀ ਚਾਹੀਦੀ ਸੀ, ਪਰ ਇਹਨਾਂ ਦੀ ਸੈਟਿੰਗ ਹੈ ਕਾਂਗਰਸ ਨਾਲ, ਕੈਪਟਨ ਨਾਲ ਇਹਨਾਂ ਦੀ ਸੈਟਿੰਗ ਹੋਣ ਕਰਕੇ ਇਲੈਕਸ਼ਨ ਨਹੀਂ ਹੋਈ। ਨਹੀਂ ਤਾਂ ਤੁਸੀਂ ਇਹ ਦੱਸੋ ਕਿ ਬਾਏ ਕਾਨੂੰਨ ਦਲ ਬਦਲੂ ਕਾਨੂੰਨ ਦੇ ਤਹਿਤ ਜਦੋਂ ਬੰਦਾ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਬਣਾ ਲੈਂਦਾ ਆ, ਫਿਰ ਉਹ ਦੂਜੇ ਨਿਸ਼ਾਨ ਤੇ ਚੋਣ ਲਾ ਲੈਣਾ, ਅਯੋਗ ਹੋ ਜਾਂਦਾ। ਪਰ ਕਾਂਗਰਸ ਸਰਕਾਰ ਦੀ ਇਹਨਾਂ ਨੇ ਅੰਦਰ ਖਾਤੇ, ਕਿਉਂਕਿ ਜਸਟਿਸ ਰਣਜੀਤ ਸਿੰਘ ਜੀ ਜਿਹੜੇ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਨੇ, ਉਹ ਇਹਨਾਂ ਦੇ ਜੀਜਾ ਜੀ ਕੈਪਟਨ ਦੇ ਦੋਸਤ ਨੇ। ਇਸ ਕਰਕੇ ਕੈਪਟਨ ਨੇ ਉਹਨਾਂ ਦੇ ਕਹਿਣ ਤੇ ਇਹਨਾਂ ਨੂੰ 3.5 ਸਾਲ ਬਚਾ ਛੱਡਿਆ। ਔਰ ਹੁਣ ਵੀ ਤੁਸੀਂ ਇਹ ਦੇਖ ਲਿਓ, ਆਉਣ ਵਾਲੀਆਂ ਚੋਣਾਂ ਦੇ ਵਿੱਚ ਭਲਾਥ ਹਲਕੇ ਨੇ ਪਿਛਲੀਆਂ ਚੋਣਾਂ ਦੇ ਵਿੱਚ ਵੀ ਤੀਜੇ ਬਦਲ ਨੂੰ ਚੁਣਿਆ ਸੀ, ਔਰ ਮੈਨੂੰ ਪੂਰਾ ਯਕੀਨ ਹੈ ਕਿ ਆਉਂਦੀਆਂ ਚੋਣਾਂ ਦੇ ਵਿੱਚ ਵੀ ਤੀਜੇ ਬਦਲ ਨੂੰ ਹੀ ਚੁਣਿਆ ਜਾਵੇਗਾ। ਮੈਂ ਹੁਣ ਫਿਰ ਜਿੱਥੋਂ ਸ਼ੁਰੂਆਤ ਕੀਤੀ ਸੀ, ਜਿਹੜਾ ਸਵਾਲ ਸੀਗਾ ਮੇਰਾ, ਕਿਉਂਕਿ ਉਸ ਤੋਂ ਬਾਅਦ ਸਿੱਧੇ ਖਹਿਰਾ ਸਾਹਿਬਾਂ ਨੂੰ ਆਪਾਂ ਤੁਰ ਪਏ, ਸੁਖਪਾਲ ਖਹਿਰਾ ਹੋਰਾਂ ਨਾਲ, ਉੱਥੇ ਆ ਜਾਂਦਾ ਕਿ ਇਸ ਸਮੇਂ ਸਰਬਜੀਤ ਸਿੰਘ ਲੁਬਾਣਾ ਹੋਰੀ ਉੱਥੋਂ ਟਿਕਟ ਦੇ ਦਾਅਵੇਦਾਰ ਨੇ। ਪੱਕੇ ਤੌਰ ਤੇ ਇਹ ਮਨ ਬਣਾਇਆ ਹੋਇਆ ਕਿ ਇਸ ਪਾਰਟੀ ਲਈ ਹੀ ਸਾਰਾ ਕੁਝ ਕਰਨਾ ਹੈ, ਜਾਂ ਟਿਕਟ ਦੀ ਦਾਅਵੇਦਾਰੀ ਤੱਕ ਗੱਲ ਸੀਮਤ ਹੈਗੀ ਆ ਕਿ ਪਿਛਲੀ ਵਾਰੀ ਵੀ ਕੁਝ ਇਦਾਂ ਦੇ ਹਾਲਾਤ ਬਣੇ, ਇਸ ਵਾਰ ਵੀ ਫਿਰ ਉਹੀ ਗੱਲ, ਜੇ ਪਿਛਲੇ ਪਾਸਿਓਂ ਆਣ ਕੇ ਕੋਈ ਮੋਹਰਲੀ ਕਤਾਰ ਦੇ ਵਿੱਚ ਲੱਗ ਗਿਆ, ਪਾਰਟੀ ਨਾਲ ਹੀ ਖੜੇ ਰਹਿਣਾ ਆ, ਜਾਂ ਫਿਰ ਕੁਝ ਹੋਰ ਰਾਹ ਵੀ ਦੇਖਣ ਦੇ ਤੁਹਾਡੇ ਵਾਂਗੂ ਵੀ ਤੁਹਾਡੇ ਵੀ ਇਰਾਦੇ ਹੈਗੇ? ਕਿਉਂਕਿ ਬਹੁਤ ਸਾਰੇ ਲੋਕ ਜਦੋਂ ਮਿਹਨਤ ਕਰਦੇ, ਆਮ ਆਦਮੀ ਪਾਰਟੀ 'ਚ ਕਈ ਇਦਾਂ ਦੇ ਲੋਕ ਆ ਜਿਨ੍ਹਾਂ ਨੇ ਰੋ ਕੇ ਇਸ ਸਮੇਂ ਸੋਸ਼ਲ ਮੀਡੀਆ ਤੇ ਵੀਡੀਓ ਤੱਕ ਪਾਈਆਂ ਕਿ ਅਸੀਂ ਮਿਹਨਤ ਬਹੁਤ ਕੀਤੀ ਪਰ ਸਾਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ, ਇਸ ਕਰਕੇ ਸਾਡਾ ਦਿਲ ਟੁੱਟਿਆ। ਕੁਝ ਇਦਾਂ ਦਾ ਹੈ ਜਾਂ ਪੱਕੇ ਤੌਰ ਤੇ ਪਤਾ ਹੈ ਕਿ ਟਿਕਟ ਸਾਨੂੰ ਹੀ ਮਿਲਣੀ ਆ? ਮੈਂ ਫਿਰ ਉਹ ਗੱਲ ਕਹਿਣਾ ਕਿ ਮੈਂ ਉਹਨਾਂ ਰਵਾਇਤੀ ਪਰਿਵਾਰਾਂ ਵਿੱਚੋਂ ਨਹੀਂ ਆ ਜਿਨ੍ਹਾਂ ਦਾ ਚੰਡੀਗੜ੍ਹ ਜਾਇਆ ਬਿਨਾ ਨਹੀਂ ਸਰਨਾ। ਮੈਂ ਸੰਤ ਪ੍ਰੇਮ ਸਿੰਘ ਜੀ ਦੇ ਅਸਥਾਨ ਦੀ ਸੇਵਾਦਾਰਨੀ ਦਾ ਪੁੱਤ ਆ। ਮੇਰੇ ਪਿਤਾ ਜੀ ਟਰੱਕ ਡਰਾਈਵਰ ਸੀਗੇ, ਔਰ ਬੜੀਆਂ ਤੰਗੀ ਤੁਰਸ਼ੀਆਂ ਕੱਟ ਕੇ ਅਸੀਂ ਇੱਥੇ ਤੱਕ ਪਹੁੰਚੇ ਆ। ਮੈਂ ਸੋਚਦਾ ਹਾਂ ਕਿ ਟਿਕਟ ਕੋਈ ਐਡਾ ਵੱਡਾ ਇਸ਼ੂ ਨਹੀਂ ਹੈ। ਬਹੁਤ ਸਾਰੇ ਲੋਕ ਸਾਡੇ ਹਲਕੇ ਦੇ
ਆਮ ਆਦਮੀ ਪਾਰਟੀ ਵਿੱਚ ਆਉਣ ਨੂੰ ਤਿਆਰ ਨੇ ਔਰ ਕੁਝ ਟਿਕਟ ਦੀ ਸ਼ਰਤ ਵੀ ਰੱਖ ਰਹੇ ਆ। ਮੈਂ ਉਹਨਾਂ ਨੂੰ ਵੀ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ ਕਿ ਅਸੀਂ ਲੋਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਭ੍ਰਿਸ਼ਟਾਚਾਰ ਰਵਾਇਤੀ ਪਾਰਟੀਆਂ ਨੇ ਲੁੱਟ ਕੇ ਖਾ ਲਿਆ, ਉਸ ਚੀਜ਼ ਤੋਂ ਮੁਕਤੀ ਲਈ ਲੜ ਰਹੇ ਹਾਂ। ਆਮ ਆਦਮੀ ਪਾਰਟੀ ਜਿਹੜੀ ਹੈ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਨੇ ਕੰਮ ਕਰਕੇ ਦਿਖਾਇਆ, ਸਾਡੀ ਤੁਹਾਡੇ ਲੋਕਾਂ ਦੀ ਇਹ ਸੋਚ ਹੈ ਕਿ ਪੰਜਾਬ ਵਿੱਚ ਵੀ ਭ੍ਰਿਸ਼ਟਾਚਾਰ ਰਹਿਤ ਜਿਹੜੀ ਸਰਕਾਰ ਆਵੇ, ਆਮ ਲੋਕਾਂ ਦੇ ਕੰਮ ਬਣਨ। ਉਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਟਿਕਟਾਂ ਦੀ ਲੜਾਈ ਤੋਂ ਬਾਹਰ ਨਿਕਲੀਏ। ਜੇ ਅਸੀਂ ਟਿਕਟ ਆਪਣੇ ਦਿਮਾਗ 'ਚ ਫਸਾ ਛੱਡੀ ਤਾਂ ਟਿਕਟ ਤਾਂ 2017 ਵਿੱਚ ਵੀ ਨਹੀਂ ਮਿਲੀ ਸੀਗੀ, ਅਸੀਂ ਫਿਰ ਵੀ ਪਾਰਟੀ ਨਾਲ ਖੜੇ ਰਹੇ। ਜੇ 22 'ਚ ਨਹੀਂ ਮਿਲੇਗੀ ਅਸੀਂ ਫਿਰ ਵੀ ਪਾਰਟੀ ਨਾਲ ਖੜੇ ਰਵਾਂਗੇ, ਜੇ 27 'ਚ ਨਹੀਂ ਮਿਲੇਗੀ ਫਿਰ ਵੀ ਖੜੇ ਰਵਾਂਗੇ, ਕਿਉਂਕਿ ਅਸੀਂ ਉਹਨਾਂ ਪਰਿਵਾਰਾਂ ਵਿੱਚੋਂ ਨਹੀਂ ਆ ਜਿਨ੍ਹਾਂ ਦਾ ਚੰਡੀਗੜ੍ਹ ਜਾਇਆ ਬਿਨਾ ਨਹੀਂ ਸਰਦਾ। ਨਹੀਂ, ਜਦੋਂ ਤੁਸੀਂ ਇਹ ਗੱਲ ਕਹਿੰਦੇ ਆ ਕਿ ਉਹਨਾਂ ਪਰਿਵਾਰਾਂ ਚੋਂ ਨਹੀਂ ਆ ਜਿਨ੍ਹਾਂ ਦਾ ਚੰਡੀਗੜ੍ਹ ਜਾਇਆ ਨਹੀਂ ਸਰਦਾ, ਤੇ ਮੇਰਾ ਖਿਆਲ ਹੈ ਕਿ ਇਹ ਵੀ ਦਰਸ਼ਕਾਂ ਨੂੰ ਦੱਸਣਾ ਬਣਦਾ ਕਿ ਉਸ ਪਰਿਵਾਰ ਨਾਲ ਸੰਬੰਧ ਹੈ ਤੁਹਾਡਾ, ਬੀਬੀ ਜਗੀਰ ਕੌਰ ਹੋਰਾਂ ਦੇ ਨਾਲ ਪਰਿਵਾਰ ਦੇ ਨਾਲ ਸੰਬੰਧ ਹੈ, ਰਿਸ਼ਤੇਦਾਰੀ ਸਾਂਝੀ ਤੁਹਾਡੀ ਹੈ ਉਹਦੇ ਨਾਲ, ਜਿਨ੍ਹਾਂ ਦਾ ਚੰਡੀਗੜ੍ਹ ਗਿਆ ਬਿਨਾ ਨਹੀਂ ਸਰਦਾ। ਤੇ ਫਿਰ ਉਹਨਾਂ ਤੋਂ ਅਲੱਗਦਗੀ, ਉਹਨਾਂ ਤੋਂ ਵੱਖਰਤਾ ਕਿਵੇਂ ਜਿਹੜੀ ਮੰਨੀ ਜਾਵੇ? ਕਿਉਂਕਿ ਹੁਣ ਲੋਕ ਸਵਾਲ ਇਹ ਵੀ ਪੁੱਛਣਗੇ ਨਾ ਜਦੋਂ ਤੁਸੀਂ ਭਲਾਥ ਹਲਕੇ 'ਚ ਜਾਓਗੇ ਕਿ ਤੁਹਾਡੀਆਂ ਸਾਂਝਾਂ ਜੀ ਬੀਬੀ ਜਗੀਰ ਕੌਰ ਹੋਰਾਂ ਦੇ ਨਾਲ ਵੀ ਹੈਗੀਆਂ, ਤੁਸੀਂ ਸੁਖਪਾਲ ਖਹਿਰਾ ਹੋਰਾਂ ਦੇ ਨਾਲ ਵੀ ਲੰਬਾ ਸਮਾਂ ਕੰਮ ਕੀਤਾ, ਜਾਂ ਤੁਸੀਂ ਦੋਨਾਂ ਨਾਲ ਹੀ ਜਿਹੜਾ ਉਹ ਨਿਭਾ ਕੀਤਾ ਹੋਇਆ, ਇਸ ਕਰਕੇ ਤੁਹਾਨੂੰ ਉਹਨਾਂ ਦੀ ਪੋਲਿਟਿਕਸ ਦਾ ਚੰਗੇ ਤਰੀਕੇ ਨਾਲ ਪਤਾ, ਤੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਉੱਥੇ ਬਿਹਤਰ ਅਗਵਾਈ ਦੇ ਸਕਦੇ ਹੋ ਭਲਾਥ ਹਲਕੇ ਦੇ ਵਿੱਚ? ਇਹ ਜ਼ਰੂਰ ਦਰਸ਼ਕਾਂ ਨੂੰ ਦੱਸੋ। ਤੁਹਾਡੇ ਚੈਨਲ ਰਾਹੀਂ ਵੈਸੇ ਤਾਂ ਭਲਾਥ ਹਲਕੇ ਦੇ ਸਾਰੇ ਲੋਕ ਜਾਣਦੇ ਆ, ਫਿਰ ਵੀ ਜਿਹੜੇ ਲੋਕ ਨਹੀਂ ਜਾਣਦੇ ਉਹਨਾਂ ਨੂੰ ਮੈਂ ਦੱਸਦੇ ਹਾਂ ਕਿ 15-16 ਸਾਲ ਮੇਰੀ ਮਾਤਾ ਨੂੰ ਲੰਗਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਔਰ ਮੈਨੂੰ ਇਹ ਖੁਸ਼ੀ ਹੈ ਕਿ ਉਦੋਂ ਮੈਂ ਕਈ ਵਾਰੀ ਮਾਤਾ ਨਾਲ ਲੜ ਪੈਂਦਾ ਹੁੰਦਾ ਸੀਗਾ ਵੀ ਤੁਸੀਂ ਆਹ ਨਹੀਂ ਕਰਦੇ, ਤੁਸੀਂ ਉਹ ਨਹੀਂ ਕਰਦੇ, ਤੁਸੀਂ ਵੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਪ੍ਰਮੋਟ ਕਰੋ, ਕਿਉਂਕਿ ਅਸੀਂ ਤਾਂ ਛੋਟੇ ਬੱਚੇ ਸੀ। ਪਰ ਮੇਰੀ ਮਾਤਾ ਨੇ ਇੱਕੋ ਗੱਲ ਕਹੀ ਕਿ ਸਰਬਜੀਤ, ਸਮਾਂ ਆਉਣ 'ਤੇ ਲੋਕ ਇਸ ਗੱਲ 'ਤੇ ਮਾਣ ਮਹਿਸੂਸ, ਤੂੰ ਇਸ ਗੱਲ 'ਤੇ ਮਾਣ ਮਹਿਸੂਸ ਕਰੇਗਾ ਕਿ ਤੂੰ ਸੰਤ ਪ੍ਰੇਮ ਸਿੰਘ ਦੀ ਸੇਵਾਦਾਰਨੀ ਦਾ ਪੁੱਤ ਹੈ। ਸਮਾਂ ਇੱਦਾਂ ਦਾ ਆਏਗਾ ਕਿ ਬੀਬੀ ਜਗੀਰ ਕੌਰ ਦਾ ਭਾਣਜਾ ਹੋਣ 'ਤੇ ਕੋਈ ਬਾਹਲੀ ਮਾਣ ਵਾਲੀ ਗੱਲ ਨਹੀਂ, ਉਹ ਤਾਂ ਰਿਸ਼ਤੇਦਾਰੀ ਰਹਿਣੀ ਆ, ਚਾਹੇ ਅਸੀਂ ਇਸ ਪਾਰਟੀ 'ਚ ਰਹੀਏ ਚਾਹੇ ਨਾ ਰਹੀਏ, ਚਾਹੇ ਬੀਬੀ ਜੀ ਅਕਾਲੀ ਦਲ 'ਚ ਰਹਿਣ ਜਾਂ ਨਾ ਰਹਿਣ। ਜਿਹੜਾ ਮੇਰੀ ਮਾਤਾ ਦਾ ਤੇ ਬੀਬੀ ਜੀ ਦਾ ਰਿਸ਼ਤਾ ਭੈਣਾਂ ਸਗੀਆਂ ਦਾ, ਉਹ ਤਾਂ ਟੁੱਟਣਾ ਨਹੀਂ। ਪਰ ਮੈਂ ਸੋਚਦਾ ਕਿ ਜਿਹੜਾ ਸੰਤ ਪ੍ਰੇਮ ਸਿੰਘ ਦੀ ਸੇਵਾਦਾਰਨੀ ਦਾ ਪੁੱਤ ਦਾ ਮੈਨੂੰ ਮੇਰੀ ਮਾਂ ਨੇ ਤੋਹਫਾ ਦਿੱਤਾ, ਜੇ ਇਹੀ ਮੇਰੀ ਮਾਤਾ ਨੇ ਉੱਥੋਂ ਲੱਖਾਂ ਰੁਪਈਏ ਇਕੱਠੇ ਕਰਕੇ ਕੋਠੀਆਂ ਗੱਡੀਆਂ ਬੰਗਲੇ ਪਾਲੇ ਹੁੰਦੇ, ਤਾਂ ਸ਼ਾਇਦ ਅੱਜ ਮੈਂ ਭਲਾਥ ਦੇ ਲੋਕਾਂ ਦੇ ਵਿੱਚ ਇਹ ਟੌਰ ਨਾ ਜਾ ਕੇ ਕਹਿੰਦਾ ਕਿ ਮੈਂ ਸੰਤ ਪ੍ਰੇਮ ਸਿੰਘ ਦੀ ਸੇਵਾਦਾਰਨੀ ਦਾ ਪੁੱਤ ਹਾਂ। ਔਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਜਿਸ ਤਰ੍ਹਾਂ ਭਲਾਥ ਹਲਕੇ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਹਲਕੇ ਭਲਾਥ ਵਿੱਚ 2 ਹੀ ਲੀਡਰ ਹੈ, ਬੀਬੀ ਜੀ ਔਰ ਸਰਦਾਰ ਸੁਖਪਾਲ ਸਿੰਘ ਖਹਿਰਾ, ਤੇ ਮੈਂ ਇਹ ਲੋਕਾਂ ਨੂੰ ਕਹਿੰਦਾ ਕਿ ਪਿਛਲੇ 25 ਸਾਲ ਤੋਂ ਇਹਨਾਂ ਦੋਵਾਂ ਲੀਡਰਾਂ ਨੂੰ ਤੁਸੀਂ ਦੇਖ ਲਿਆ, ਪਰਖ ਲਿਆ। ਹਰ ਇਲੈਕਸ਼ਨ ਦੇ ਵਿੱਚ ਬੀਬੀ ਜੀ ਕਹਿੰਦੇ ਆ ਖਹਿਰੇ ਨੇ ਕੁਝ ਨਹੀਂ ਕੀਤਾ, ਖਹਿਰਾ ਜੀ ਕਹਿੰਦੇ ਆ ਬੀਬੀ ਜੀ ਨੇ ਕੁਝ ਨਹੀਂ ਕੀਤਾ, ਫਿਰ ਦੋਨੇ ਇੱਕ ਦੂਜੇ ਦੀਆਂ ਸਰਕਾਰਾਂ ਦੇ ਇਲਜ਼ਾਮ ਲਾਉਂਦੇ ਆ। ਤੇ ਮੈਂ ਭਲਾਥ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜੇਕਰ 25 ਸਾਲ ਤੋਂ ਇਹ ਦੋਨੇ ਲੀਡਰ ਤੇ 75 ਸਾਲਾਂ ਤੋਂ ਦੋਨੇ ਅਕਾਲੀ ਕਾਂਗਰਸ ਸਰਕਾਰਾਂ ਤੁਹਾਡਾ ਕੁਝ ਨਹੀਂ ਸਵਾਰ ਸਕੀਆਂ, ਫਿਰ ਕਿਉਂ ਨਾ ਇੱਕ ਮੌਕਾ ਸੇਵਾਦਾਰ ਨੂੰ ਦੇ ਕੇ ਦੇਖ ਲਓ। ਹੋ ਸਕਦਾ ਹੈ ਕਿ ਮੈਂ ਇਹਨਾਂ ਦੇ ਮੁਕਾਬਲੇ ਲੀਡਰ ਵੱਡਾ ਨਾ ਹੋਵਾਂ, ਪਰ ਮੇਰੀ ਮਾਤਾ ਤੋਂ ਮੈਨੂੰ ਸੇਵਾਦਾਰੀ ਦੀ ਗੁੜਤੀ ਜ਼ਰੂਰ ਮਿਲੀ ਹੈ। ਔਰ ਭਲਾਥ ਹਲਕੇ ਦੇ ਲੋਕਾਂ ਨੂੰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਇਸ ਟਾਈਮ ਲੀਡਰ ਦੀ ਲੋੜ ਨਹੀਂ ਹੈ, ਭਲਾਥ ਹਲਕੇ ਦੇ ਲੋਕਾਂ ਨੂੰ ਇੱਕ ਸੇਵਾਦਾਰ ਦੀ ਲੋੜ ਹੈ ਜਿਹੜਾ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਬਾਂਹ ਫੜ ਸਕੇ। ਅੱਛਾ, ਚੋਣ ਜਿੱਤਣ ਤੋਂ ਬਾਅਦ ਭੁਲੱਥ ਹਲਕੇ ਦੀ ਜੋ ਟੁੱਟ ਭੱਜ ਹੋਈ, ਖਹਿਰਾ ਸਾਹਿਬ ਆਮ ਆਦਮੀ ਪਾਰਟੀ ਤੋਂ ਅਲੱਗਦਗੀ ਬਣਾਉਂਦੇ ਆ, ਭੁਲੱਥ ਹਲਕੇ ਤੋਂ ਵੀ ਥੋੜ੍ਹੀਆਂ ਦੂਰੀਆਂ ਬਣੀਆਂ ਰਹਿੰਦੀਆਂ, ਉਹ ਸਾਰਾ ਕੁਝ ਜਦੋਂ ਹੁੰਦਾ ਵਾਪਰਦਾ ਉਦੋਂ ਭੁਲੱਥ ਹਲਕੇ ਦੇ ਵਿਕਾਸ ਦੀ ਜਦੋਂ ਗੱਲ ਚੱਲਦੀ ਆ, ਅਸੀਂ ਵੀ ਉਸ ਹਲਕੇ ਦੇ ਵਿੱਚ ਬਕਾਇਦਾ ਕਈ ਸੜਕਾਂ ਜਿਹੜੀਆਂ ਉਹ ਉਹਨਾਂ 'ਤੇ ਸਫ਼ਰ ਕੀਤਾ, ਟੁੱਟ ਭੱਜ ਉਹਨਾਂ ਸੜਕਾਂ ਦੀ ਟੋਇਆਂ ਦੀ ਅਸੀਂ ਵੀ ਦੇਖਿਆ, ਜਿੱਥੇ ਕਈ ਸੜਕਾਂ ਤਾਂ ਇੱਦਾਂ ਦੀਆਂ ਸੀਗੀਆਂ ਵੀ ਪੁੱਛ ਲਿਆ ਜਾਂਦਾ ਸੀਗਾ ਕਿ ਇਹ ਸੜਕ 'ਚ ਟੋਇਆ, ਕਹਿੰਦੇ ਨਹੀਂ ਟੋਇਆਂ 'ਚ ਕਿਤੇ ਕਿਤੇ ਸੜਕ ਵੀ ਹੈਗੀ ਆ। ਹੁਣ ਉਸ ਹਲਕੇ ਦੇ ਵਿੱਚ ਜਦੋਂ ਤੁਹਾਡੇ ਨੁਮਾਇੰਦੇ ਕਿਤੇ ਨਹੀਂ ਕੰਮ ਕਰਦੇ ਨਜ਼ਰ ਆਉਂਦੇ, ਕੀ ਇੱਦਾਂ ਦੀ ਗੱਲ ਹੋਈ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਹੋ ਕੇ ਉਸ ਹਲਕੇ ਦੇ ਲੋਕਾਂ ਦੇ ਨਾਲ ਵਿਚਰਨ ਵਾਲੇ ਜਾਂ ਭਵਿੱਖ ਲਈ ਆਪਣੇ ਲਈ ਕੋਈ ਨਾ ਕੋਈ ਅਹੁਦਾ ਜਿਹੜਾ ਬਣਾਉਣ ਲਈ ਜਾਂ ਉਹਨਾਂ ਦੇ ਵਿੱਚ ਵਿਸ਼ਵਾਸ ਬਣਾਉਣ ਲਈ ਕੋਈ ਕੰਮ ਕੀਤਾ, ਸੰਘਰਸ਼ ਵਿੱਢਿਆ, ਜਾਂ ਚੋਣਾਂ ਦੇ ਦਿਨਾਂ ਦੇ ਵਿੱਚ ਹੀ ਹਰ ਕੋਈ ਉੱਠਦਾ ਆ ਦਾਅਵੇਦਾਰੀਆਂ ਜਤਾਉਣੀਆਂ ਸ਼ੁਰੂ ਕਰ ਦਿੰਦਾ? ਪਿਛਲੀ ਚੋਣਾਂ ਦੇ ਵਿੱਚ ਬੇਗੋਵਾਲ ਦੀਆਂ ਟੁੱਟੀਆਂ ਸੜਕਾਂ ਇੱਕ ਬਹੁਤ ਵੱਡਾ ਚੁਣਾਵੀ ਮੁੱਦਾ ਸੀ। ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਹਰ ਟੋਏ ਦੇ ਉੱਤੇ ਖੜੇ ਹੋ ਕੇ ਲਾਈਵ ਕਹਿੰਦੇ ਸੀ ਕਿ ਬੀਬੀ ਨੇ ਆਪਣੇ ਪਿੰਡ ਦਾ ਕੁਝ ਨਹੀਂ ਸਵਾਰਿਆ। ਜਦੋਂ ਮੇਰੀ ਡਿਊਟੀ 2 ਸਾਲ ਪਹਿਲਾਂ ਭੁਲੱਥ ਵਿੱਚ ਲੱਗੀ
ਤਾਂ ਜਦੋਂ ਪਿੰਡਾਂ ਦੇ ਵਿੱਚ ਮੈਂ ਜਾਣਾ ਸ਼ੁਰੂ ਕੀਤਾ ਤਾਂ ਲੋਕਾਂ ਦਾ ਪਹਿਲਾ ਸਵਾਲ ਇਹ ਹੁੰਦਾ ਸੀ ਕਿ ਅੱਜ ਖਹਿਰਾ ਕਿੱਥੇ ਆ, ਟੋਆ ਤਾਂ ਅਜੇ ਵੀ ਉੱਥੇ ਦਾ ਉੱਥੇ ਹੀ ਆ। ਇਹ ਬੜਾ ਮੈਂ ਸਮਝਦਾ ਕਿ ਹਰ ਪਿੰਡ ਹਰ ਬੰਦੇ ਦਾ ਹੀ ਇਹ ਸਵਾਲ ਆਇਆ। ਫਿਰ ਉਦੋਂ ਮੈਂ ਪਹਿਲਾਂ ਵੀ ਕਿਹਾ ਕਿ ਸੇਵਾਦਾਰ ਨੂੰ ਸੇਵਾ ਮਿਲ ਹੀ ਜਾਂਦੀ ਹੈ। ਅਸੀਂ ਬੇਗਵਾਲ ਦੇ ਵਿੱਚ ਐਜੀਟੇਸ਼ਨ ਕੀਤਾ। ਅੱਜ ਬੇਗਵਾਲ 'ਚ ਜਾ ਕੇ ਦੇਖ ਲਓ, ਇੰਟਰਲੋਕ ਲੱਗ ਗਈ ਆ। ਫਿਰ ਉਸ ਤੋਂ ਬਾਅਦ ਨਡਾਲੇ ਤੋਂ ਪਿਛਲੇ ਸਾਲ ਗਰਮੀਆਂ ਦੇ ਵਿੱਚ ਨਡਾਲੇ ਤੋਂ ਬੇਗਵਾਲ ਤੱਕ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀਆਂ ਨੇ ਪੈਦਲ ਮਾਰਚ ਕੱਢਿਆ। ਅਸੀਂ ਭੁੱਖ ਹੜਤਾਲ ਦੀ ਧਮਕੀ ਦਿੱਤੀ ਕਿ ਜੇਕਰ 1 ਮਹੀਨੇ ਦੇ ਵਿੱਚ ਸੜਕ ਨਾ ਬਣੀ ਤਾਂ ਅਸੀਂ ਭੁੱਖ ਹੜਤਾਲ 'ਤੇ ਬੈਠਾਂਗੇ, ਕਿਉਂਕਿ ਭੁੱਖ ਹੜਤਾਲ 'ਤੇ ਬੈਠਣ ਦਾ ਤਜਰਬਾ ਜੋ ਲਵਲੀ ਯੂਨੀਵਰਸਿਟੀ ਦੇ ਵਿੱਚ 2 ਸਾਲ ਪਹਿਲਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿੱਚ ਬੱਚੇ ਨੂੰ ਦਾਖਲਾ ਨਹੀਂ ਮਿਲਦਾ ਸੀ। ਤੇ ਤੁਹਾਨੂੰ ਯਾਦ ਹੋਵੇਗਾ ਫਗਵਾੜੇ ਦੇ ਵਿੱਚ 4 ਲੋਕ ਮਰਨ ਵਰਤ ਤੇ ਬੈਠੇ ਸੀਗੇ, ਔਰ ਮੈਂ ਪਹਿਲਾ ਲਵਾਣਾ ਸੀ ਜਿਹੜਾ ਐਸਸੀ ਕਮਿਊਨਿਟੀ ਲਈ ਬੈਠਾ ਸੀ। ਔਰ ਸਾਰੇ ਲੋਕ ਉਦੋਂ ਮੇਰੇ ਇੱਥੇ ਇਸੇ ਘਰ ਦੇ ਵਿੱਚ ਆ ਕੇ ਕਹਿੰਦੇ ਸੀਗੇ ਵੀ ਇਹ ਤਾਂ ਐਸਸੀਆਂ ਦਾ ਮੁੱਦਾ ਹੈ, ਤੂੰ ਕੀ ਲੈਣਾ। ਤੇ ਮੈਂ ਇਹ ਸੋਚਦਾ ਹੁੰਦਾ ਕਿ ਸਾਡਾ ਸਮਾਜ ਵਿੱਚ ਅਸੀਂ ਰਹਿੰਦੇ ਹਾਂ, ਜੇ ਸਾਨੂੰ ਕੱਲ ਨੂੰ ਉਹਨਾਂ ਦੀਆਂ ਵੋਟਾਂ ਪੈਂਦੀਆਂ, ਅਸੀਂ ਕਹਿੰਦੇ ਸਾਨੂੰ ਲੋਕ ਵੋਟਾਂ ਪਾਉਣ, ਤੇ ਉਹਨਾਂ ਦੇ ਦੁੱਖ ਦਰਦ ਦੇ ਵਿੱਚ ਅਸੀਂ ਆਪਣੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਨੂੰ ਉਹਨਾਂ ਦੇ ਦੁੱਖ ਵਿੱਚ ਖੜਨਾ ਚਾਹੀਦਾ। ਉਹ ਤਜਰਬਾ ਮੇਰਾ ਭਲੱਥ ਵਿੱਚ ਬਹੁਤ ਕੰਮ ਆਇਆ। ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਇਹ ਤਾਂ 3 ਦਿਨ ਬਿਨਾਂ ਪਾਣੀ ਤੋਂ ਵੀ ਰਹਿ ਸਕਦਾ ਤੇ ਕੰਮ ਖਰਾਬ ਹੋ ਜਾਊ, ਕਾਂਗਰਸੀਆਂ ਨੂੰ ਇਹ ਲੱਗਾ ਕਿ ਕਿਤੇ ਇਹ ਸਾਰੀਆਂ ਵੋਟਾਂ ਨਾ ਖਿੱਚ ਕੇ ਲੈ ਜੇ। ਅਕਾਲੀ ਦਲ ਦਾ ਜਿਹੜਾ ਨਗਰ ਪੰਚਾਇਤ ਕੋਲ ਪੈਸੇ ਪਏ ਸੀ, ਉਹਨਾਂ ਨੂੰ ਲੱਗਾ ਕਿਤੇ ਇਹਦੇ ਬੇਗੋਲ 'ਚ ਪੈਰ ਨਾ ਲੱਗ ਜਾਣ। ਨਗਰ ਪੰਚਾਇਤ ਨੇ ਬੇਗੋਲ ਇੰਟਰਲੋਕ ਲਵਾਤੀ ਤੇ ਕਾਂਗਰਸੀਆਂ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਪੈਸੇ ਆਨਨ ਫਾਨਨ 'ਚ ਕਰਕੇ 1 ਮਹੀਨੇ 'ਚ ਸੜਕ ਬਣਾਤੀ। ਮੈਂ ਧੰਨਵਾਦ ਕਰਦਾ ਹਾਂ, ਚਾਹੇ ਕਾਂਗਰਸੀਆਂ ਨੇ ਬਣਾਈ, ਪਰ ਮੈਂ ਸਮਝਦਾ ਕਿ ਸੰਤ ਪ੍ਰੇਮ ਸਿੰਘ ਦਾ ਮੇਰੇ ਉੱਤੇ ਹੱਥ ਸੀ ਜਿਹਨੇ ਮੈਨੂੰ ਬਲ ਉਦਮ ਦਿੱਤਾ। ਸੋ ਹਲਕੇ ਦੇ ਵਿੱਚ ਕੋਈ ਵੀ ਦੁੱਖ ਸੁੱਖ ਹੋਵੇ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਸਰਬਜੀਤ ਸਿੰਘ ਨਹੀਂ ਪਹੁੰਚਿਆ। ਰਹੀ ਗੱਲ ਸੁਖਪਾਲ ਸਿੰਘ ਖਹਿਰਾ ਜੀ ਦੀ, ਲਗਾਤਾਰ 4 ਸਾਲ ਹਲਕੇ 'ਚੋਂ ਗੈਰ ਹਾਜ਼ਰ ਰਹੇ ਆ। ਹੁਣ ਜ਼ਰੂਰ ਕਾਂਗਰਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ਨੇ ਮਹੀਨਾ ਕੁ ਪਹਿਲਾਂ ਮੀਟਿੰਗਾਂ ਸ਼ੁਰੂ ਕਰਤੀਆਂ, ਤੇ ਜਾਂ ਉਹਨਾਂ ਦੇ ਨਾਲ ਕਿਉਂਕਿ 50 ਸਾਲ ਤੋਂ ਹਲਕੇ 'ਚ ਬੈਠੇ ਹੋਏ ਆ, ਸਾਂਝਾਂ ਚੱਲਦੀਆਂ ਪੁਰਾਣੀਆਂ, ਉਹ ਬੰਦੇ ਉਹਨਾਂ ਦੇ ਨਾਲ ਹੈ। ਪਰ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਭਲੱਥ ਦੇ ਲੋਕ ਬਦਲਾਅ ਚਾਹੁੰਦੇ ਆ। ਇਹਨਾਂ ਦੋਵਾਂ ਪਰਿਵਾਰਾਂ ਨੂੰ ਚੋਣਾਂ ਵਿੱਚ ਸਬਕ ਜ਼ਰੂਰ ਸਿਖਾਉਣਗੇ। ਕਦੀ ਕਦੀ ਚੋਣ ਨਾ ਲੜੀ ਜਾਂਦੀ ਹੈ ਸਰਬਜੀਤ ਦੀ ਜਿੱਤਣ ਦੇ ਲਈ, ਕਦੀ ਕਦੀ ਚੋਣ ਕਿਸੇ ਖਾਸ ਸ਼ਖਸ ਨੂੰ ਹਰਾਉਣ ਲਈ ਵੀ ਲੜੀ ਜਾਂਦੀ ਹੈ, ਜਿੱਥੇ ਬੰਦਾ ਆਪਣੀ ਜਿੱਤ ਨਹੀਂ ਦੇਖਦਾ, ਕਹਿੰਦਾ ਮੈਂ ਭਾਵੇਂ ਜਿੱਤਾਂ ਭਾਵੇਂ ਨਾ ਜਿੱਤਾਂ, ਇਸ ਬੰਦੇ ਨੂੰ ਨਹੀਂ ਮੈਂ ਜਿੱਤਣ ਦੇਣਾ। ਹੁਣ ਆਮ ਆਦਮੀ ਪਾਰਟੀ ਜਾਂ ਸਰਬਜੀਤ ਸਿੰਘ ਲੁਬਾਣਾ ਹੋਰੀ ਭੁਲੱਥ ਹਲਕੇ ਦੇ ਵਿੱਚ ਸੁਖਪਾਲ ਖਹਿਰਾ ਹੋਰਾਂ ਨੇ ਪਾਰਟੀ ਨਾਲ ਜੋ ਕੁਝ ਕੀਤਾ ਆ, ਉਹ ਖਹਿਰੇ ਨੂੰ ਹਰਾਉਣ ਦੇ ਲਈ ਚੋਣ ਲੜਨਗੇ ਜਾਂ ਫਿਰ ਆਪਣੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਲੜਨਗੇ, ਕਿਉਂਕਿ ਦੋਨੋਂ ਚੀਜ਼ਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ। ਦੇਖੋ, ਮੈਂ ਸੋਚਦਾ ਹਾਂ ਕਿ ਨਾ ਤਾਂ ਮੈਂ ਚੋਣ ਕਿਸੇ ਨੂੰ ਹਰਾਉਣ ਲਈ ਲੜਨੀ ਹੈ, ਨਾ ਜਿੱਤਣ ਲਈ ਲੜਨੀ ਹੈ। ਅਸੀਂ ਪੰਜਾਬ ਵਿੱਚ ਬਦਲਾਅ ਚਾਹੁੰਦੇ ਹਾਂ, ਅਸੀਂ ਚੋਣ ਬਦਲਾਅ ਲਈ ਲੜਨੀ ਹੈ। ਔਰ ਤੁਸੀਂ ਵੀ ਇਲੈਕਸ਼ਨ ਇੱਥੇ ਰਹਿਣਾ, ਇਲੈਕਸ਼ਨ ਵੀ ਕਵਰ ਕਰਨੀ ਹੈ। ਔਰ ਪਿਛਲੀਆਂ 3-4 ਇਲੈਕਸ਼ਨਾਂ ਵਿੱਚ ਜਿਸ ਤਰੀਕੇ ਨਾਲ ਭਲੱਥ ਦੇ ਵਿੱਚ ਸ਼ਰਾਬਾਂ ਵੀ ਚੱਲ ਰਹੀਆਂ, ਪੈਸਾ ਵੀ ਚੱਲ ਰਿਹਾ, ਮੈਂ ਤਾਂ ਪਿੰਡਾਂ 'ਚ ਜਾ ਕੇ ਇੱਕੋ ਗੱਲ ਕਹਿਣਾ ਕਿ ਭਾਈ ਜੇ ਤਾਂ ਤੁਹਾਨੂੰ ਬਦਲਾਅ ਚਾਹੀਦਾ, ਜੇ ਤੁਹਾਨੂੰ ਚੰਗੇ ਸਕੂਲ ਚਾਹੀਦੇ ਆ, ਜੇਕਰ ਸਸਤੀ ਬਿਜਲੀ ਚਾਹੀਦੀ ਹੈ, ਜੇਕਰ ਚੰਗੇ ਹਸਪਤਾਲ ਚਾਹੀਦੇ ਆ, ਜੇਕਰ ਬੁਢਾਪਾ ਪੈਨਸ਼ਨ 2500 ਚਾਹੀਦੀ ਹੈ, ਜੇਕਰ ਤੁਸੀਂ ਚਾਹੁੰਦੇ ਹੋ ਕਿ SHO ਡਿਪਟੀ ਲੋਕਾਂ ਦੇ ਸੇਵਕ ਬਣ ਕੇ ਰਹਿਣ, ਜੇਕਰ ਤੁਸੀਂ ਚਾਹੁੰਦੇ ਹੋ SDM ਤੋਂ ਲੈ ਕੇ ਜਿੰਨਾ ਵੀ ਪ੍ਰਸ਼ਾਸਨਿਕ ਹੈਗੇ ਅਫਸਰ ਉਹ ਲੋਕਾਂ ਦੇ ਸੇਵਾਦਾਰ ਬਣ ਕੇ ਰਹਿਣ, ਫਿਰ ਵੋਟ ਪਾ ਦਿਓ ਆਮ ਆਦਮੀ ਪਾਰਟੀ ਝਾੜੂ ਨੂੰ, ਫਿਰ ਵੋਟ ਪਾ ਦਿਓ ਸਰਬਜੀਤ ਸਿੰਘ ਨੂੰ ਜੇਕਰ ਪਾਰਟੀ ਟਿਕਟ ਦਿੰਦੀ ਹੈ। ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜੇ ਬੀਬੀ ਜੀ ਵੱਲ ਗਏ ਤਾਂ ਅੱਧਾ ਘੰਟਾ ਪਹਿਲਾਂ ਡਰਾਇੰਗ ਰੂਮ ਤੋਂ ਬਾਹਰ ਬੈਠ ਕੇ ਵੇਟ ਕਰੋ, ਫਿਰ ਦੂਜੇ ਬੰਦੇ ਨਿਕਲਣਗੇ ਤੇ ਵਾਰੀ ਆਊਗੀ। ਜੇ ਬੀਬੀ ਜੀ ਤੁਹਾਡੇ ਪਿੰਡ ਆ ਗਏ ਤਾਂ ਤੁਸੀਂ ਅੱਧਾ ਘੰਟਾ ਸੜਕ ਤੇ ਖੜੇ ਰਹੋ, ਜਾਂ ਸੁਖਪਾਲ ਸਿੰਘ ਖਹਿਰਾ ਜੀ ਆਉਣੇ ਦੀ ਅੱਧਾ ਘੰਟਾ ਸੜਕ ਤੇ ਖੜੇ ਰਹੋ। ਜੇ ਤੇ ਵੱਡੇ ਲੀਡਰਾਂ ਦੀ ਚਾਕਰੀ ਚਾਹੀਦੀ ਹੈ, ਫਿਰ ਤੁਹਾਡੇ ਕੋਲ ਹੈਗੇ ਆ, ਫਿਰ ਭਾਵੇਂ ਮੈਨੂੰ 1 ਵੋਟ ਵੀ ਨਾ ਭਲੱਥ ਵਾਲੇ ਪਾਉਣ। ਵੱਡੇ ਲੀਡਰ ਹੈਗੇ ਆ, ਵੱਡੇ ਨਾਂ ਆ, ਉਹਨਾਂ ਦਾ ਕੰਮ ਚੱਲਦਾ, ਬਿਜ਼ਨਸ ਚੱਲਦੇ ਆ। ਪਰ ਜੇਕਰ ਲੋਕ ਚਾਹੁੰਦੇ ਆ ਕਿ ਸਾਡਾ ਸੇਵਾਦਾਰ ਜਿੱਤੇ, ਸਾਨੂੰ ਸੇਵਾ ਚਾਹੀਦੀ ਹੈ, ਸਾਨੂੰ ਚੰਗੇ ਕੰਮ ਚਾਹੀਦੀ, ਸਾਨੂੰ ਸਹੂਲਤਾਂ ਚਾਹੀਦੀਆਂ, ਫਿਰ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਬਣਦਾ ਹੈ। ਅੱਛਾ, ਤੁਸੀਂ ਬਦਲਾਅ ਦੀ ਗੱਲ ਕਰਦੇ ਆ, ਆਮ ਆਦਮੀ ਪਾਰਟੀ ਦੀ ਪੋਲਿਟਿਕਸ ਹੀ ਬਦਲਾਅ ਤੋਂ ਸ਼ੁਰੂ ਹੁੰਦੀ ਹੈ ਕਿ ਅਸੀਂ ਬਦਲਾਅ ਦੀ ਪੋਲਿਟਿਕਸ ਜਿਹੜੀ ਕਰਨੀ ਆ, ਸਿਆਸਤ ਕਰਨੀ ਆ। ਹੁਣ ਪੰਜਾਬ ਦੇ ਲੋਕ ਇਹ ਵੀ ਸਵਾਲ ਕਰਦੇ ਆ ਆਮ ਆਦਮੀ ਪਾਰਟੀ ਤੋਂ ਕਿ ਜਿਹੜੀ ਪਾਰਟੀ ਆਪਣੇ 20 ਵਿਧਾਇਕ ਨਹੀਂ ਸੰਭਾਲ ਕੇ ਰੱਖ ਸਕੀ, ਸੱਤਾ ਕਿਵੇਂ ਸੰਭਾਲੇਗੀ? ਗਾਂ ਜੇ ਉਹਦੇ ਹੋਰ ਵਿਧਾਇਕ ਜਿੱਤਦੇ ਨੇ ਤੇ ਉਹਨਾਂ ਨੂੰ ਕਿੱਦਾਂ ਸਾਂਭ ਕੇ ਰੱਖੇਗੀ? ਕੱਲ ਉਹਦੇ ਵਿੱਚੋਂ ਵੀ ਟੁੱਟ ਕੇ ਦੂਜੀਆਂ ਪਾਰਟੀਆਂ 'ਚ ਜਾ ਸਕਦੇ ਆ। ਇਹ ਵੀ ਤਾਂ ਲੋਕ ਸਵਾਲ ਪੁੱਛਦੇ ਹੀ ਆ ਕਿ ਤੁਸੀਂ ਬਦਲਾਅ ਦੀ ਗੱਲ ਕਰਦੇ ਹੋ, ਪਰ ਆਪਣੇ ਤੁਹਾਡੇ ਕੋਲ ਵਿਧਾਇਕ ਨਹੀਂ ਸਾਂਭੇ ਜਾਂਦੇ, ਉਹ ਬਦਲ ਜਾਂਦੇ ਆ। ਇਸ ਤਰ੍ਹਾਂ ਆ ਕਿ ਕਿਸੇ ਦੇ ਦਿਲ ਵਿੱਚ ਵੜ ਕੇ ਨਹੀਂ ਦੇਖਿਆ ਜਾਂਦਾ,
ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਜੀ ਬੋਲਦੇ ਸਨ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਸੀ। ਹਾਲਾਂਕਿ ਅਸੀਂ ਬੀਬੀ ਜੀ ਦੇ ਨਾਲ ਸੀਗੇ, ਪਰ ਮੈਂ ਸੋਚਦਾ ਹੁੰਦਾ ਸੀ ਕਿ ਇਸ ਬੰਦੇ 'ਚ ਕੋਈ ਕਣੀ ਹੈਗੀ ਆ। ਪਰ ਜਿਸ ਤਰੀਕੇ ਦੇ ਨਾਲ ਉਹਨੇ ਖੁਦ ਮੁਖਤਿਆਰੀ ਦੇ ਮੁੱਦੇ ਤੇ ਪਾਰਟੀ ਦੋ ਫੜ ਕਰਤੀ, ਬਾਅਦ 'ਚ ਆਪ ਹੀ ਉਸ ਖੁਦ ਮੁਖਤਿਆਰੀ ਨੂੰ ਭਾਂਡੇ ਛਿੱਕੇ ਟੰਗ ਕੇ ਹੈਲੀਪੈਡ ਦੇ ਉੱਤੇ ਜਾ ਕੇ ਜੁਆਇਨ ਹੋ ਗਏ। ਸੋ ਕਿਸੇ ਦੇ ਅੰਦਰ ਵੜ ਕੇ ਨਹੀਂ ਦੇਖਿਆ ਜਾ ਸਕਦਾ। ਮੈਨੂੰ ਯਾਦ ਹੈ ਅੱਜ ਵੀ ਪਿਛਲੀਆਂ ਚੋਣਾਂ ਦੇ ਵਿੱਚ ਮੈਨੂੰ ਹਾਈ ਕਮਾਂਡ ਨੇ ਚੰਡੀਗੜ੍ਹ ਸੱਦ ਲਿਆ ਤੇ ਮੈਨੂੰ ਕਹਿੰਦੇ ਆ ਵੀ ਲੋग बोलते हैं कि आप बीबी जगीर कौर के रिश्तेदार हो, उनसे मिल जाओगे। तो मैं कहा जी हुणे दा जवाब तो मैं कोई दे नहीं सकदा, ये तो समा जवाब दूगा। इसे तरह 20 MLA ਵਿੱਚੋਂ ਅਸੀਂ ਕੁਝ ਨਹੀਂ ਸਾਂਭ ਸਕੇ, ਇਹਦੇ ਵਿੱਚ ਇਕੱਲਾ ਪਾਰਟੀ ਦਾ ਕਸੂਰ ਨਹੀਂ ਹੈਗਾ, ਨਿੱਜੀ ਹਿੱਤ ਵੀ ਭਾਰੀ ਹੋ ਜਾਂਦੇ ਆ। ਜਿੱਦਾਂ ਹੁਣ ਸੁਖਪਾਲ ਸਿੰਘ ਖਹਿਰਾ ਜੀ ਕਹਿ ਰਹੇ ਆ ਕਿ ਹਲਕੇ ਦੇ ਲੋਕਾਂ ਦੀ ਡਿਮਾਂਡ ਸੀ, ਹਲਕੇ ਦੇ ਲੋਕਾਂ ਦੀ ਡਿਮਾਂਡ ਤਾਂ ਬਠਿੰਡੇ ਭੇਜਣ ਵੇਲੇ ਵੀ ਸੀਗੀ, ਉੱਥੇ ਬੈਠੋ। ਦੇਖੋ ਪਹਿਲਾ ਧੋਖਾ ਇਹਨਾਂ ਨੇ ਇਹ ਕੀਤਾ, ਇੱਥੋਂ ਜਿੱਤ ਕੇ ਵਿਚਰੇ ਨਹੀਂ। ਦੂਜਾ ਧੋਖਾ ਇਹਨਾਂ ਨੇ ਬਠਿੰਡੇ ਵਾਲਿਆਂ ਨਾਲ ਜਾ ਕੇ ਕੀਤਾ ਕਿ ਉੱਥੋਂ ਹਾਰ ਕੇ ਇੱਥੇ ਆ ਗਏ। ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਸੀ ਜੇ ਮੈਂ ਹਾਰ ਗਿਆ ਤਾਂ ਸੰਨਿਆਸ ਲੈ ਲੂੰਗਾ। ਬਠਿੰਡੇ ਜਦੋਂ ਇਲੈਕਸ਼ਨ ਲੜੀ ਉਦੋਂ ਵੀ ਇਹੀ ਗੱਲ ਕਹਿੰਦੇ ਸੀ। ਸੱਚ ਇਹ ਹੈ ਕਿ ਜਿਹੜੇ ਰਵਾਇਤੀ ਪਰਿਵਾਰ ਹੈ ਇਹਨਾਂ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ, ਇਹਨਾਂ ਦੀ ਕੋਈ ਜ਼ੁਬਾਨ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ, ਇਹਨਾਂ ਨੂੰ ਸੱਤਾ ਚਾਹੀਦੀ ਹੈ। ਰਹੀ ਗੱਲ ਆਮ ਘਰਾਂ ਦੇ ਕਾਕਿਆਂ ਦੀ, ਤੇ ਕਈ ਵਾਰ ਉਹ ਗੁੰਮਰਾਹ ਹੋ ਜਾਂਦੇ ਆ। ਨਵੇਂ ਲੀਡਰ ਬਣੇ ਹੁੰਦੇ ਆ ਮੇਰੇ ਵਰਗੇ, ਉਹ ਕਈ ਲਾਲਚਾਂ ਵਿੱਚ ਫਸ ਜਾਂਦੇ ਆ, ਕਈਆਂ ਦੀ ਨਹੀਂ ਸਮਝ ਨਹੀਂ ਹੁੰਦੀ, ਕਈਆਂ ਨੂੰ ਲੱਗਦਾ ਕਿ ਸਾਡਾ ਭਵਿੱਖ ਸ਼ਾਇਦ ਪਾਰਟੀ ਦਾ ਗ੍ਰਾਫ ਥੱਲੇ ਚੱਲ ਗਿਆ ਤਾਂ ਸ਼ਾਇਦ ਸਾਡਾ ਭਵਿੱਖ ਖਤਮ ਹੋ ਜਾਏਗਾ। ਹਰ ਬੰਦਾ ਆਪਣੇ ਤਰੀਕੇ ਨਾਲ, ਤੁਸੀਂ ਜਾਣਦੇ ਹੋਵੋਗੇ ਤਹਿਲਕਾ ਕਾਂਡ ਹੋਇਆ ਸੀ ਇਸ ਦੇਸ਼ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਵੇਲੇ। ਉਹਦੇ ਵਿੱਚ ਜਿਹੜਾ ਲੈਫਟੀਨੈਂਟ ਜਨਰਲ ਜਿਹੜਾ ਫੜਿਆ ਗਿਆ ਸੀਗਾ, ਉਹਨੂੰ ਉਸ ਲੜਕੀ ਨੇ ਕੋਈ ਭੇਦ ਗੁਪਤ ਕਢਾਉਣ ਲਈ 100 ਕਰੋੜ ਰੁਪਏ ਦੀ ਆਫਰ ਦਿੱਤੀ ਸੀ, ਪਰ ਉਹ ਮੰਨਿਆ ਨਹੀਂ ਸੀ। ਬਾਅਦ ਵਿੱਚ ਉਸੇ ਕੁੜੀ ਨੇ ਉਹਨੂੰ ਇੰਗਲਿਸ਼ ਵਾਈਨ ਤੇ ਦੇ ਕੇ ਗਿਫਟ ਕਰਕੇ ਉਹ ਭੇਦ ਕਢਾ ਲਿਆ। ਇਹਦਾ ਮਤਲਬ ਕਿ ਉਹਦੀ ਕੀਮਤ ਜਿਹੜੀ ਉਹ ਇੰਗਲਿਸ਼ ਵਾਈਨ ਤੇ ਟਿਕੀ ਸੀ। ਇੱਦਾਂ ਹੀ ਹਰ ਬੰਦਾ ਕਿਸੇ ਨਾ ਕਿਸੇ ਲਾਲਚ ਵਿੱਚ ਫਸ ਜਾਂਦਾ। ਕੋਈ ਟਿਕਟ ਦੇ ਲਾਲਚ 'ਚ ਫਸ ਜਾਂਦਾ ਹੈ, ਕਿਸੇ ਨੂੰ ਲੱਗਦਾ ਮੇਰਾ ਭਵਿੱਖ ਖਤਰੇ 'ਚ ਆ, ਕਿਸੇ ਨੂੰ ਪੈਸੇ ਚਾਹੀਦੇ ਆ, ਕਿਸੇ ਨੂੰ ਇੱਜ਼ਤ ਚਾਹੀਦੀ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਸਮੇਂ-ਸਮੇਂ 'ਤੇ ਜਿਹੜੀਆਂ ਹੁੰਦੀਆਂ ਰਹਿੰਦੀਆਂ, ਅਤੇ ਗਰੰਟੀ ਕਿਸੇ ਚੀਜ਼ ਦੀ ਨਹੀਂ ਹੈਗੀ। ਮੈਨੂੰ ਵੀ ਗਰੰਟੀ ਦੀ ਗੱਲ ਕਰਦੇ, ਗਰੰਟੀ ਕਿਸੇ ਚੀਜ਼ ਦੀ ਨਹੀਂ ਹੈਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਤੇ ਸਿਆਸਤਦਾਨਾਂ ਦੀ ਗਰੰਟੀ ਤਾਂ ਵੈਸੇ ਕੋਈ ਨਹੀਂ ਹੈਗੀ। ਬਾਕੀ ਕਿਸੇ ਚੀਜ਼ ਦੀ ਤੁਸੀਂ ਹੋਰ ਪਾਸੇ ਗਰੰਟੀ ਦੇ ਸਕਦੇ ਹੋ, ਸਿਆਸਤਦਾਨਾਂ ਦੀ ਜ਼ੁਬਾਨ ਦੀ ਗਰੰਟੀ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ। ਉਹ ਮੇਰਾ ਖਿਆਲ ਹੈ ਕਿ ਦੌਰ ਹੋਰ ਸੀਗਾ ਜਦੋਂ ਸਿਆਸਤਦਾਨ ਇਹੋ ਜਿਹਾ ਹੋਇਆ ਕਰਦੇ ਸੀ ਜਿਨ੍ਹਾਂ ਦੀ ਜ਼ੁਬਾਨ ਦੀ ਕੀਮਤ ਹੋਇਆ ਕਰਦੀ ਸੀ। ਹੁਣ ਤਾਂ ਜ਼ੁਬਾਨ ਦੀ ਕੀਮਤ ਕਿਸੇ ਹੋਰ ਸ਼ਬਦਾਂ ਦੇ ਵਿੱਚ ਹੁੰਦੀ ਹੈ, ਹਕੀਕਤ ਦੇ ਵਿੱਚ ਉਹ ਕੀਮਤ ਜਿਹੜੀ ਆ ਉਹ ਨਹੀਂ ਹੁੰਦੀ ਆ। ਹੁਣ ਜਾਂਦੇ ਜਾਂਦੇ ਇੱਕ ਸਵਾਲ ਜ਼ਰੂਰ ਪੁੱਛਣਾ ਆ ਕਿ ਇਸ ਸਮੇਂ ਸਰਬਜੀਤ ਸਿੰਘ ਲੁਬਾਣਾ ਹੋਰੀ, ਕਿਉਂਕਿ ਟਿਕਟ ਦੇ ਦਾਅਵੇਦਾਰ ਵੀ ਹੈ ਤੇ ਹਲਕੇ ਦੇ ਵਿੱਚ ਇਹ ਗੱਲ ਕਬੂਲ ਵੀ ਕਰ ਗਿਆ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰ ਸੁਖਪਾਲ ਖਹਿਰਾ ਹੋਰੀ ਆਪਣੇ ਨਾਲ ਲੈ ਗਏ ਆ, ਹੋਰਨਾਂ ਨੂੰ ਲਿਜਾਣ ਦੀਆਂ ਲੈ ਗਏ ਸੀ, ਹੋਰਨਾਂ ਨੂੰ ਲਿਜਾਣ ਦੀਆਂ ਤਿਆਰੀਆਂ ਵੀ ਹੋਣਗੀਆਂ। ਸਿਲਸਿਲਾ ਚੱਲਦਾ ਰਹਿੰਦਾ ਹੈ ਕਿਉਂਕਿ ਸਿਆਸਤ ਹੈ। ਉਹਨਾਂ ਵਰਕਰਾਂ ਨੂੰ ਆਪਣੇ ਨਾਲ ਜੋੜੇ ਰੱਖਣ ਲਈ ਤੇ ਹੋਰਨਾਂ ਵਰਕਰਾਂ ਨੂੰ ਆਪਣੇ ਵੱਲ ਜਿਹੜਾ ਆਕਰਸ਼ਿਤ ਕਰਨ ਲਈ ਕੀ ਕੁਝ ਕੀਤਾ ਜਾ ਰਿਹਾ? ਕੋਈ ਇੱਦਾਂ ਦਾ ਕੰਪੇਨ ਚੱਲ ਰਹੀ ਹੈ ਜਾਂ ਲੱਗਦਾ ਕਿ ਨਹੀਂ ਜਦੋਂ ਚੋਣਾਂ ਨੇੜੇ ਆਉਣਗੀਆਂ ਫਿਰ ਦੇਖ ਲਾਂਗੇ ਜੋ ਕੁਝ ਹੋਏਗਾ? ਮੈਂ ਇੱਕ ਗੱਲ ਕਰਦੇ ਹਾਂ ਕਿ ਪਿਛਲੀ ਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਨੂੰ ਵੋਟ ਪਾਈ ਸੀ। ਬਹੁਤ ਸਾਰੇ ਲੋਕ ਗਏ ਸੀ ਕਿਉਂਕਿ ਸਰਕਾਰ ਆ ਗਈ। ਖਹਿਰਾ ਜੀ ਨੇ ਖੁਦ ਹੀ, ਜਦੋਂ ਖਹਿਰਾ ਜੀ ਵੀ ਪਾਰਟੀ ਦੇ ਵਿੱਚ ਸੀ, ਉਹਨਾਂ ਦੇ ਹੁੰਦਿਆਂ ਹੋਇਆਂ ਹੀ ਕਾਂਗਰਸ ਵਿੱਚ ਬਹੁਤ ਸਾਰੇ ਲੋਕ ਚਲੇ ਗਏ, ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਿ ਉਹਨਾਂ ਦੀ ਸੈਟਿੰਗ ਚੱਲ ਰਹੀ ਸੀ। ਪਰ ਜਿਹੜੇ ਗਰਾਊਂਡ 'ਤੇ ਲੋਕ ਜਿਹੜੇ ਬੈਠੇ ਆ, ਹੁਣ ਜਿਹੜੀ ਮੈਂ ਟੀਮ ਬਣਾ ਰਿਹਾ ਇਲਾਕੇ ਦੇ ਵਿੱਚ, ਮੇਰੀ ਕੋਸ਼ਿਸ਼ ਇਹ ਹੈ ਕਿ ਘੜਾਮ ਚੌਧਰੀਆਂ 'ਤੇ ਬਹੁਤਾ ਡਿਪੈਂਡ ਨਾ ਹੋਇਆ ਜਾਵੇ। ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਦੀਆਂ ਚੰਡੀਗੜ੍ਹ ਪਹੁੰਚਣ ਦੀਆਂ ਖਾਹਿਸ਼ਾਂ ਹੁੰਦੀਆਂ ਨਾ, ਇਸੇ ਤਰ੍ਹਾਂ ਹੀ ਪਿੰਡ ਦੇ ਵਿੱਚ ਜਿਹੜੇ ਘੜਾਮ ਚੌਧਰੀ ਬੈਠੇ ਹੁੰਦੇ ਨਾ, ਉਹਨਾਂ ਦੀਆਂ ਵੀ ਥਾਣੇ ਕਚਹਿਰੀਆਂ ਤੱਕ ਹੀ ਖਾਹਿਸ਼ਾਂ ਹੁੰਦੀਆਂ ਕਿ ਮੇਰੀ ਚੱਲੀ ਜਾਵੇ। ਸਾਡੀ ਕੋਸ਼ਿਸ਼ ਇਹ ਹੈ, ਨਵੇਂ ਰਿਟਾਇਰ ਹੋਏ ਲੋਕ, NRI ਲੋਕ, ਕਿਸਾਨ, ਮਜ਼ਦੂਰ, ਆਮ ਘਰਾਂ ਦੇ ਲੋਕਾਂ ਨੂੰ ਅੱਗੇ ਚੁੱਕ ਕੇ ਪਾਰਟੀ 'ਚ ਲਿਆਂਦਾ ਜਾਵੇ। ਔਰ ਤੁਸੀਂ ਭਲੱਥ ਦਾ ਢਾਂਚਾ ਦੇਖੋਗੇ ਤਾਂ ਅਸੀਂ ਬਿਲਕੁਲ ਸਿੰਪਲ ਲੋਕਾਂ ਦੇ ਸਿਰ 'ਤੇ ਲੜਾਈ ਲੜ ਰਹੇ ਹਾਂ। ਅਸੀਂ ਲੋਕਾਂ ਨੂੰ ਇੱਕੋ ਹੀ ਗੱਲ ਕਹਿ ਰਹੇ ਹਾਂ ਵੀ ਆਹ ਦੇਖ ਲਓ, ਸਾਡੀ ਟੀਮ ਵੀ ਸਿੰਪਲ ਹੈ, ਅਸੀਂ ਤੁਹਾਡੇ ਵਿੱਚੋਂ ਪੈਦਾ ਹੋਏ ਹਾਂ, ਤੁਹਾਡੇ ਲਈ ਕੰਮ ਕਰਾਂਗੇ। ਧੰਨਵਾਦ। ਇਹ ਭੁਲੱਥ ਹਲਕੇ ਦੇ ਸੰਦਰਭ ਦੇ ਵਿੱਚ ਗੱਲ ਕਹੀ ਜਾ ਸਕਦੀ ਹੈ ਕਿ ਉਹ ਇਸ ਤਰੀਕੇ ਨਾਲ ਕੰਮ ਕਰਦੇ, ਪਰ ਆਮ ਆਦਮੀ ਪਾਰਟੀ ਦਾ ਪੈਟਰਨ ਹੁਣ ਕਈਆਂ ਥਾਵਾਂ 'ਤੇ ਕੁਝ ਬਦਲਦਾ ਵੀ ਨਜ਼ਰ ਆਉਂਦਾ। ਕਿਉਂਕਿ ਜਦੋਂ ਜਗਜੀਵਨ ਸਿੰਘ ਖੀਰਨੀਆ ਦੀ ਗੱਲ ਕਰਦੇ ਹਾਂ ਤੇ ਫਿਰ ਉਹ ਆਮ ਪਰਿਵਾਰਾਂ ਵਾਲੀ ਸਿਆਸਤ ਕਤਈ ਨਜ਼ਰ ਨਹੀਂ ਆਉਂਦੀ। ਬੜਾ ਕੁਝ ਹੋ ਰਿਹਾ, ਅਜੇ ਬੜਾ ਕੁਝ ਹੋਣਾ ਬਾਕੀ ਹੈ ਕਿਉਂਕਿ ਅਜੇ 6 ਮਹੀਨੇ ਦਾ ਸਮਾਂ ਆ। ਪਰ ਜਿਸ ਤਰੀਕੇ ਦੀ ਸਰਗਰਮੀ 6 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ ਆ,
ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸੰਕੇਤ ਹੈਗੀ ਹੈ ਕਿ ਇਸ ਵਾਰ ਪੰਜਾਬ ਦੀਆਂ 2022 ਦੀਆਂ ਚੋਣਾਂ ਅੱਲੋ ਕਹਿਰ ਹੋਣਗੀਆਂ। ਜਿੱਥੋਂ ਗੱਲ ਸ਼ੁਰੂ ਕੀਤੀ ਸੀਗੀ ਗੱਲ ਉੱਥੇ ਆਣ ਕੇ ਮੁੱਕਦੀ ਹੈ। ਸੁਖਪਾਲ ਖਹਿਰਾ ਹੋਰਾਂ ਦਾ ਕਾਂਗਰਸ ਦੇ ਵਿੱਚ ਜਾਣਾ, ਭੁਲੱਥ ਹਲਕੇ ਦੀਆਂ ਸਥਿਤੀਆਂ ਕਿਹੋ ਜਿਹੀਆਂ ਨੇ, ਆਮ ਆਦਮੀ ਪਾਰਟੀ ਕਿੱਥੇ ਖੜੀ ਆਪਣੇ ਆਪ ਨੂੰ ਮਹਿਸੂਸ ਕਰਦੀ ਹੈ, ਜਾਂ ਟਿਕਟ ਦੇ ਦਾਅਵੇਦਾਰ ਕਿਹੜੇ ਦਾਅਵੇ ਕਰਦੇ ਨੇ ਭੁਲੱਥ ਹਲਕੇ ਨੂੰ ਲੈ ਕੇ, ਬਸ ਉਹ ਚੰਦ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਸੀ। ਪਰ ਇਸੇ ਦੇ ਨਾਲ ਤੁਸੀਂ ਇਜਾਜ਼ਤ ਦਿਓ ਮੇਰੇ ਸਹਿਯੋਗੀ ਕੈਮਰਾਮੈਨ ਪ੍ਰਵੀਨ ਬੌਬੀ ਨੂੰ ਤੇ ਆਪਣੇ ਜਸਵੀਰ ਨੂੰ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।